दुख कैसा पावै। बोल न जाने माया मद माता, मरना चीत न आवै। मेरे राम राए तू संता का संत तेरे, तेरे सेवक को भौ किश नाही। जम नहीं आवे नेरे रहाओ, जो तेरा रंग राते स्वामी। तिनका जन्म मरण दुख नासा, तेरी बख्श न मिटै कोई। सतगुर का दिलासा, नाम ध्यायन सुख फल पायन। आठ पहर आराध है, तेरी शरण तेरे परवस है। पंच दुष्ट लै साध है, ज्ञान ध्यान किश कर्म न जाना। सार न जाना तेरी, सब ते वड्डा सतगुर नानक। जिन कल राखी मेरी, हम अवगुण भरे एक गुण नाई। अमृत छाड़ बिखै बिख खाई, माया मोह सुत दारा स्यों। एक उत्तम पंथ सुनियो गुर संगत, तेह मिलंत जम त्रास मिटाई। एक अरदास पाठ की रत की, गुर रामदास राखो। सकहो टल गुर सेविय, अहनिस सहज। दर्शन परसे गुरु कै, जन्म मरण दुख जाए। होवै सिफत खसमदी, अरसों कुरसों झटिया। तुद डिठे सचे पातशाह, मल जन्म जन्म दी कटिया। सज्जन सचा सिर साध, जिस पास बैठिया सोही है। सबना दा विसाओ, सतनाम श्री वाहेगुरु साहिब जी। आसा महला चौथा शंत। वड्डा मेरा गोविंद अगम गोचर, आद निरंजन निरंकार जियो। ताकि गत कही न जाई मित बड़ाई। मेरा गोविंद अलख अपार जियो। वड्डा मेरा गोविंद अगम गोचर, आद निरंजन निरंकार जियो। ताकि गत कही न जाई मित वड्याई। मेरा गोविंद अलख अपार जियो। गोविंद अलख अपार परंपर, आप अपना जाने।
ਕਿਆ ਹੈ ਜੰਤ ਵਿਚਾਰੇ ਕਹੀਐ, ਜੋ ਤੁਧ ਆਪ ਵਖਾਣੈ। ਜਿਸ ਨੂੰ ਨਦਰ ਕਰੈ ਤੂੰ ਆਪਣੀ, ਸੋ ਗੁਰਮੁਖ ਕਰੈ ਵਿਚਾਰ ਜਿਉ। ਵੱਡਾ ਮੇਰਾ ਗੋਬਿੰਦ ਅਗਮ ਗੋਚਰ, ਆਦ ਨਿਰੰਜਨ ਨਿਰੰਕਾਰ ਜਿਉ। ਤੂੰ ਆਦ ਪੁਰਖ ਪਰੰਪਰ ਕਰਤਾ, ਤੇਰਾ ਪਾਰ ਨ ਪਾਇਆ ਜਾਏ ਜਿਉ। ਤੂੰ ਘਟ ਘਟ ਅੰਤਰ ਸਰਬ ਨਿਰੰਤਰ, ਸਭ ਮੈਂ ਰਹਿਆ ਸਮਾਏ ਜਿਉ। ਘਟ ਅੰਤਰ ਪਾਰ ਬ੍ਰਹਮ ਪਰਮੇਸ਼ਰ, ਤਾਕਾ ਅੰਤ ਨਾ ਪਾਇਆ। ਤਿਸ ਰੂਪ ਨਰੇਕ ਦ੍ਰਿਸ਼ਟ ਅਗੋਚਰ, ਗੁਰਮੁਖ ਰਖ ਲਖਾਇਆ। ਸਦਾ ਆਨੰਦ ਰਹਿ ਦਿਨ ਰਾਤੀ, ਸਹਿਜੇ ਨਾਮ ਸਮਾਏ ਜਿਉ। ਤੂੰ ਆਦ ਪੁਰਖ ਪਰੰਪਰ ਕਰਤਾ, ਤੇਰਾ ਪਾਰ ਨ ਪਾਇਆ ਜਾਏ ਜਿਉ। ਤੂੰ ਸਤ ਪਰਮੇਸ਼ਰ ਸਦਾ ਬਿਨਾਸੀ, ਹਰ ਹਰ ਗੁਣੀ ਨਿਧਾਨ ਜਿਉ। ਹਰ ਹਰ ਪ੍ਰਭ ਏਕੋ ਅਵਰ ਨ ਕੋਈ, ਤੂੰ ਆਪੇ ਪੁਰਖ ਸੁਜਾਨ ਜਿਉ। ਪੁਰਖ ਸੁਜਾਨ ਤੂੰ ਪ੍ਰਧਾਨ, ਤੁਧ ਜੀ ਵਡ ਅਵਰ ਨ ਕੋਈ। ਤੇਰਾ ਸ਼ਬਦ ਸਭ ਤੂੰ ਹੈ ਵਰਤੈ, ਤੂੰ ਆਪੇ ਕਰੇ ਸੋ ਹੋਈ। ਹਰ ਸਮੈ ਰਵਿਆ ਏਕੋ ਸੋਈ, ਗੁਰਮੁਖ ਲਖਿਆ ਹਰ ਨਾਮ ਜਿਉ। ਤੂੰ ਸਤ ਪਰਮੇਸ਼ਰ ਸਦਾ ਬਿਨਾਸੀ, ਹਰ ਹਰ ਗੁਣੀ ਨਿਧਾਨ ਜਿਉ। ਸਭ ਤੂੰ ਹੈ ਕਰਤਾ ਸਭ ਤੇਰੀ ਵਡਿਆਈ, ਜੋ ਭਾਵੈ ਤਵੈ ਚਲਾਏ ਜਿਉ। ਤੁਧ ਆਪੇ ਭਾਵੈ ਤਿਵੈ ਚਲਾਵੈ, ਸਭ ਤੇਰਾ ਸ਼ਬਦ ਸਮਾਏ ਜਿਉ। ਸ਼ਬਦ ਸਮਾਵੈ ਜਾਂ ਤੁਧ ਭਾਵੈ, ਤੇਰਾ ਸ਼ਬਦ ਵਡਿਆਈ। ਗੁਰਮੁਖ ਬੁੱਧ ਪਾਈਐ ਆਪ ਗਵਾਈਐ, ਸਬਦੇ ਰਹਿਆ ਸਮਾਈ। ਤੇਰਾ ਸ਼ਬਦ ਗੋਚਰ ਗੁਰਮੁਖ ਪਾਈਐ, ਨਾਨਕ ਨਾਮ ਸਮਾਏ ਜਿਉ। ਸਭ ਤੂੰ ਹੈ ਕਰਤਾ ਸਭ ਤੇਰੀ ਵਡਿਆਈ, ਜੋ ਭਾਵੈ ਤਿਵੈ ਚਲਾਏ ਜਿਉ। ਤੇਰਾ ਸ਼ਬਦ ਗੋਚਰ ਗੁਰਮੁਖ ਪਾਈਐ, ਨਾਨਕ ਨਾਮ ਸਮਾਏ ਜਿਉ। ਸਭ ਤੂੰ ਹੈ ਕਰਤਾ ਸਭ ਤੇਰੀ ਵਡਿਆਈ, ਜੋ ਭਾਵੈ ਤਿਵੈ ਚਲਾਏ ਜਿਉ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੇ। ਧੰਨ ਗੁਰੂ ਰਾਮਦਾਸ ਮਹਾਰਾਜ ਸੋਢੀ ਸੁਲਤਾਨ ਆਪ ਪ੍ਰਮਾਤਮਾ ਸਰੂਪ, ਜਿਨ੍ਹਾਂ ਨੇ ਅੱਜ ਅੰਮ੍ਰਿਤ ਵੇਲੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਪ੍ਰਕਾਸ਼ ਸਮੇਂ
ਆਪਣੇ ਮੁਖਾਰ ਬਿੰਦ ਤੋਂ ਇਹ ਹੁਕਮਨਾਮਾ ਸਾਹਿਬ ਜੋ ਸਾਰੀ ਦੁਨੀਆ ਪਰਥਾਏ ਬਖਸ਼ਿਸ਼ ਕੀਤਾ ਹੈ, ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਗੁਰੂ ਰਾਮਦਾਸ ਮਹਾਰਾਜ ਰੱਬ ਦੀ ਇਤਨੀ ਵਡਿਆਈ ਕਰ ਰਹੇ ਹਨ ਕਿ ਰੱਬ ਜੀ ਤੁਹਾਡਾ ਅੰਤ ਨਹੀਂ ਪੈਣਾ ਕਿਸੇ ਤੋਂ। ਕੋਈ ਬੰਦਾ ਆਖੇ ਕਿ ਮੈਂ ਕੋਸ਼ਿਸ਼ ਕਰ ਲਵਾਂ, ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਨਾ ਭਾਈ ਨਾ, ਇਹ ਕੰਮ ਨਾ ਕਰੀ। ਰੱਬ ਦਾ ਅੰਤ ਪਾਣ ਜਾਵੇਂਗਾ, ਤੇਰਾ ਅੰਤ ਹੋ ਜਾਏਗਾ ਵੇ। ਰੱਬ ਦੇ ਕਿਹੜੇ ਕਿਹੜੇ ਗੁਣ ਗਿਣੇਗਾ, ਅਗਮ ਹੈ, ਚਲੋ ਬਾਕੀ ਛੱਡੋ। ਇੱਕੋ ਰੱਬ ਦਾ ਅਗਮ ਦਾ ਗੁਣ, ਉਹਦਾ ਅੰਤ ਕੋਈ ਨਹੀਂ ਪਾ ਸਕਦਾ, ਬਾਕੀ ਤਾਂ ਛੱਡੋ ਚਲੋ। ਅੱਜ ਐਸੇ ਰੱਬ ਦੇ ਗੁਣਾਂ ਬਾਰੇ, ਰੱਬ ਦੇ ਸਰੂਪ ਬਾਰੇ, ਉਹ ਸਰੂਪ ਜਿਹੜਾ ਬਸ ਨਿਰਗੁਣ ਹੈ ਤੇ ਸਰਗੁਣ ਵੀ ਉਹਨੇ ਆਪ ਧਾਰਿਆ ਹੋਇਆ ਆਪਣੇ ਹੁਕਮ ਸਦਕਾ। ਸਰਗੁਣ ਜੋ ਸਾਰੀ ਦੁਨੀਆ 'ਚ ਵਿਆਪਕ ਹੈ ਪਰ ਦਿਖ ਨਹੀਂ ਰਿਹਾ, ਬਸ ਨਿਰਗੁਣ ਜਿਹੜਾ ਸਾਰੇ ਗੁਣਾਂ ਤੋਂ ਅਤੀਤ ਹੈ, ਉਹ ਵੀ ਅਦ੍ਰਿਸ਼ ਹੈ। ਸਰਗੁਣ ਵੀ ਅਦ੍ਰਿਸ਼ ਤੇ ਨਿਰਗੁਣ ਵੀ ਅਦ੍ਰਿਸ਼। आओ सारे गुरु के प्यारे गुरु रामदास महाराज तो ही रब की वड्याई श्रवण करिए, अपनी सुरती बिरती कागर करिए, अरदास करिए रब जी कि साडे हिरदे विच भी महाराज रब की वड्याई का एक किणका आ जावे। महाराज अंत नहीं, बस वड्याई करिए महाराज। आओ ये अरदास करदे हैं सारे गुरु के प्यारे, अपने सुरती बिरती कागर करिए अते शरधा सत्कार नाल उचारण करो जी। सतनाम वाहिगुरु साहिब जी, सतनाम श्री वाहिगुरु साहिब जी। आसा महला चौथा शांत। अमृत वेले दा ए राग है आसा राग, जो बंदे दियां सारियां आसां पूरियां करन वाला है। सवेरे सवेरे बंदा उठदा है, सोचदा है अज ए मिल जावे, अज ए मिल जावे, ए मिल जावे। और रब जी कहंदे भाई रब नूं याद तां कर, तैनूं सब कुछ मिल जावेगा। आसा आसा पूरी करने वाला राग, राग नाम प्रेम दा कि मना रब नाल प्यार पा, तेरी सारियां आसां पूरियां होणगियां। गुरु रामदास महाराज सोढी सुल्तान ये पावन छंत राही उपदेश दे रहे हैं। वड्डा मेरा गोविंद अगम गोचर, आद निरंजन निरंकार जियो। विद्वाना ने, महापुरखा ने एक नियम बन्या है, गुर कीरत अपरोह करे, गुर कीरत अपरोह करे। गुरु की वड्याई गुरु के सामने करे। क्यों जी? कि गुरु महाराज उस वड्याई के हकदार हैं। गुरु की वड्याई सामने करांगे, इन्हां नूं कोई अंकार नहीं आवेगा। गुरु होर बख्शिश करेगा कि मेरा प्यारा ये सच्चा जस गा रहा है। गुरु सच्चा है, सच्चे दा जस गाइए। तो गुरु रामदास पातशाह सानू सिखा रहे हैं कि भाई रब की वड्याई किवें करनी है। वड्डा मेरा गोविंद अगम गोचर, मेरा गोविंद, गो नाम
ਧਰਤੀ ਦਾ, ਬਿੰਦ ਨਾਮ ਮਾਲਕ ਦਾ, ਜੋ ਧਰਤੀ ਦਾ ਮਾਲਕ ਹੈ। ਗੋ ਨਾਮ ਬਾਣੀ ਦਾ, ਜੋ ਬਾਣੀ ਦਾ ਮਾਲਕ ਹੈ। ਗੋ ਨਾਮ ਇੰਦਰੀਆਂ ਦਾ, ਜੋ ਇੰਦਰੀਆਂ ਦਾ ਮਾਲਕ ਹੈ। ਬਹੁਤ ਅਰਥ ਹਨ, ਹੈ ਸਭ ਦਾ ਹੀ ਮਾਲਕ ਹੈ। ਬਸ ਉਹ ਸਭ ਦਾ ਮਾਲਕ ਅਕਾਲ ਪੁਰਖ ਪ੍ਰਮਾਤਮਾ ਅਗਮ। ਅਗਮ ਦਾ ਅਰਥ ਹੈ ਗਮ। ਇੱਕ ਸ਼ਬਦ ਹੈ ਗਮਯਤਾ। ਗਮਯਤਾ ਕਹਿੰਦੇ ਪਹੁੰਚ। ਬੰਦਾ ਕਹਿੰਦਾ ਮੇਰੀ ਪਹੁੰਚ MLA ਤੱਕ ਹੈ, ਮੇਰੀ ਪਹੁੰਚ ਫਲਾਣੇ ਮੰਤਰੀ ਤੱਕ ਹੈ। ਰੱਬ ਤੱਕ ਕਿਸੇ ਦੀ ਪਹੁੰਚ ਹੈ? ਨਾ ਜੀ ਨਾ। ਰੱਬ ਤੱਕ ਕਿਸੇ ਬੰਦੇ ਦੀ ਪਹੁੰਚ ਨਹੀਂ। ਤੁਸੀਂ ਕਹੋ ਜੀ ਹਾਂ ਜੀ ਜਪ ਕੇ ਪਹੁੰਚ ਜਾਵਾਂਗੇ, ਜਪ ਕੇ ਪਹੁੰਚੋਗੇ। ਇਕੱਲਾ ਮਨ ਬਿਨਾ ਸ਼ਬਦ ਤੋਂ ਜੇ ਜਿਤਨਾ ਮਰਜੀ ਧਿਆਨ ਲਗਾ ਲਵੇ ਰੱਬ ਤੱਕ ਨਹੀਂ ਪਹੁੰਚ ਸਕਦਾ। ਆਖੋ ਸਤਨਾਮ। ਅੱਜ ਕੱਲ ਦੁਨੀਆ ਯੋਗਾ ਕਰਦੀ ਹੈ, ਯੋਗਾ ਦਿਵਸ ਮਨਾਇਆ ਦੁਨੀਆ ਨੇ, ਪਰ ਅਧੂਰਾ ਹੈ। ਕਿਉਂ ਅਧੂਰਾ ਹੈ ਜੀ? ਯੋਗ ਦਾ ਅਰਥ ਹੀ ਜੁੜਨਾ ਹੈ। ਉਹ ਜਿਹੜਾ ਜੋੜਨ ਵਾਲਾ ਹੈ ਤੁਸੀਂ ਉਹਨੂੰ ਵਿੱਚ ਲਿਆ ਨਹੀਂ। ਸਮਝ ਲਓ ਦੋ ਚੀਜ਼ਾਂ, ਦੋ ਨੂੰ ਜੋੜਨਾ। ਵਿੱਚ ਫੈਵਿਕੋਲ ਲਾਓਗੇ, ਫੈਵਿਕਵਿਕ ਲਾਓਗੇ ਤਾਂ ਜੁੜੇਗਾ। ਜੇ ਵਿੱਚ ਜੋੜਨ ਵਾਲਾ ਨਹੀਂ ਲਾਇਆ ਤੇ ਜੁੜੇਗਾ ਨਹੀਂ। ਤੁਸੀਂ ਸੁਰਤੀ ਜੋੜ ਰਹੇ ਹੋ ਅਕਾਲ ਪੁਰਖ ਨਾਲ। ਜੋੜਨ ਵਾਲਾ ਗੁਰੂ ਨਹੀਂ ਵਿੱਚ, ਸ਼ਬਦ ਨਹੀਂ ਵਿੱਚ, ਤੇ ਨਹੀਂ ਜੁੜ ਸਕਦਾ। ਇਹ ਹੈ ਅਗਮ। ਜਿਸ ਤੱਕ ਇਕੱਲਾ ਮਨ ਨਾ ਪਹੁੰਚ ਸਕੇ ਉਹਨੂੰ ਕਹਿੰਦੇ ਅਗਮ। ਫਿਰ ਕਰੀਏ ਕੀ ਜੀ? ਨਾਲ ਗੁਰੂ ਦਾ ਆਸਰਾ ਲਓ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਗੁਰੂ ਉੱਥੇ ਲੈ ਜਾਏਗਾ ਜਿੱਥੇ ਅਗਮ ਅੰਦਰ ਹੈ ਬੰਦੇ ਦੇ। ਵੈਸੇ ਧਿਆਨ ਲਗਾਈ ਜਾਓ, ਸੋਚੀ ਜਾਓ ਰੱਬ ਕਿੱਥੇ ਹੈ, ਮੇਰੇ ਕਿਹੜੇ ਹਿਰਦੇ ਵਿੱਚ ਹੈ, ਕਿਹੜੀ ਥਾਂ ਤੇ ਹੈ, ਅੱਖਾਂ ਵਿੱਚ ਹੈ, ਦਸਵੇਂ ਦਵਾਰ ਵਿੱਚ ਹੈ, ਹਿਰਦੇ ਵਿੱਚ ਹੈ, ਧੁਨੀ ਵਿੱਚ ਹੈ, ਕਿੱਥੇ ਹੈ? ਨਹੀਂ ਸਮਝ ਆਉਣਾ। ਇੱਕ ਮਿੰਟ ਰਾਹੀਂ ਬੰਦਾ ਪਹੁੰਚ ਜਾਂਦਾ ਹੈ। ਵਾਹਿਗੁਰੂ ਗੁਰੂ ਆਪੇ ਉੱਥੇ ਲੈ ਜਾਏਗਾ ਅਗਮ ਤੱਕ। ਇਹ ਗੁਰੂ ਜੋੜਨ ਵਾਲਾ ਹੈ, ਗੁਰੂ ਅਗਮ ਤੱਕ ਲੈ ਜਾਵੇਗਾ। ਇਹ ਅਸਲ ਯੋਗਾ ਹੈ। ਦੁਨੀਆ ਇਹਨੂੰ ਯੋਗਾ ਆਖੇ, ਉਹਨੂੰ ਨਾ ਆਖੇ ਯੋਗਾ। ਉਹ ਤਾਂ ਕੇਵਲ ਸਰੀਰ ਲਈ ਹੋਵੇਗਾ ਭਾਈ, ਆਤਮ ਅਵਸਥਾ ਲਈ ਨਹੀਂ ਹੈ। ਆਤਮ ਦੇ ਆਨੰਦ ਲਈ ਤਾਂ ਗੁਰੂ ਦੀ ਬਾਣੀ ਹੈ, ਗੁਰੂ ਦਾ ਸ਼ਬਦ ਹੈ, ਉਹ ਅਗਮ ਤੱਕ ਲੈ ਜਾਵੇਗਾ। ਬਾਕੀ ਇਕੱਲਾ ਮਨ ਨਹੀਂ ਪਹੁੰਚ ਸਕਦਾ। ਤਾਂ ਕਹਿੰਦੇ ਅਗਮ। ਅਗੋਚਰ, ਅਗੋਚਰ ਐੜਾ ਨਹੀਂ, ਉਹ ਨਹੀਂ, ਨੈਗੇਟਿਵ। ਗੋ ਨਾਮ ਇੰਦਰੀਆਂ, ਚਰ ਨਾਮ ਵਿਸ਼ਾ ਦਾ। ਅੱਖਾਂ ਦਾ ਵਿਸ਼ਾ ਕੀ ਹੈ? ਵੇਖਣਾ। ਕੰਨਾਂ ਦਾ ਵਿਸ਼ਾ ਕੀ ਹੈ? ਸੁਣਨਾ। ਹੱਥਾਂ ਪੈਰਾਂ ਦਾ ਵਿਸ਼ਾ ਕੀ ਹੈ? ਪਕੜਨਾ ਤੇ ਚੱਲਣਾ। ਦੱਸੋ ਰੱਬ ਤੱਕ ਅੱਖਾਂ ਪਹੁੰਚ ਜਾਣਗੀਆਂ, ਉਹਨੂੰ ਵੇਖ ਲੈਣਗੀਆਂ? ਨਹੀਂ। ਕੰਨ ਸੁਣਦੇ ਹਨ ਵਾਹਿਗੁਰੂ, ਪਰ ਉਸ ਤੱਕ ਅਜੇ ਉਹਦੀ ਆਵਾਜ਼ ਨਹੀਂ ਸੁਣ ਰਹੇ। ਤੁਸੀਂ ਕਹੋ ਜੀ ਵਾਹਿਗੁਰੂ ਤਾਂ ਉਹਦਾ ਨਾਮ ਹੈ। ਨਾਮ ਹੈ, ਪਰ ਉਹਦਾ ਸਰੂਪ ਨਹੀਂ ਹੈ ਜੀ। ਉਹਦਾ ਸਰੂਪ ਤਾਂ ਅਨਾਮ ਹੈ।
ਹੱਥ ਪੈਰ ਪਕੜ ਲੈਂਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ, ਪਰ ਹੱਥਾਂ ਰਾਂਗੇ ਦਰਸ਼ਨ ਕਰਾਂਗੇ ਨਾ। ਪਰ ਪਾਤਸ਼ਾਹ ਅਕਾਲ ਪੁਰਖ ਉਹ ਤਾਂ ਅਗੋਚਰ ਹਨ ਮਨਾ, ਉਹ ਪਾਰ ਬ੍ਰਹਮ ਪਰਮਾਤਮਾ ਹੈ, ਉਹ ਇਹਨਾਂ ਦਾ ਵਿਸ਼ਾ ਵੀ ਨਹੀਂ ਹੈ। ਐਸਾ ਅਗੋਚਰ ਹੈ ਵਾਹਿਗੁਰੂ ਜਿਹੜਾ ਕਿਸੇ ਇੰਦਰੀ ਦਾ ਵਿਸ਼ਾ ਨਹੀਂ, ਉਹ ਨਿਰਗੁਣ ਸਰੂਪ ਵਿੱਚ ਬਿਆਨ ਕਰਦੇ। ਵੱਡਾ ਮੇਰਾ ਗੋਬਿੰਦ ਅਗਮ ਗੋਚਰ, ਆਦ ਸਭ ਦਾ ਮੋਢੀ ਹੈ। ਨਿਰੰਜਨ ਨਿਰਅੰਜਨ ਮਾਇਆ ਦੀ ਕਾਲਕ ਤੋਂ ਰਹਿਤ ਹੈ। ਅੰਜਨ ਕਹਿੰਦੇ ਸੁਰਮਾ, ਸੁਰਮਾ ਹੁੰਦਾ ਕਾਲਾ, ਤੇ ਮਾਇਆ ਬੰਦੇ ਦਾ ਮਨ ਕਾਲਾ ਕਰਦੀ ਹੈ। ਅੱਖੋ ਸਤਨਾਮ। ਇੱਕ ਬੱਚਾ ਜਦੋਂ ਮਾਂ ਦੀ ਝਿੱਲੀ ਚ ਹੁੰਦਾ ਨਾ, ਉਹਨੂੰ ਝਿੱਲੀ ਚ ਕਹਿੰਦੇ। ਤੁਸੀਂ ਕਦੀ ਵੇਖਣਾ ਉਹ ਆਲੇ ਦੁਆਲੇ ਝਿੱਲੀ ਜੀ ਹੁੰਦੀ, ਜਿਵੇਂ ਕਹਿ ਲਓ ਪਿਆਜ਼ ਦੇ ਉੱਤੇ ਹੁੰਦਾ ਨਾ ਪਰਦਾ ਜਿਹਾ ਹੁੰਦਾ ਹੈ, ਤੇ ਹੁੰਦੀ ਤਾਂ ਉਤਨੀ ਬਰੀਕ ਹੈ ਪਰ ਬੜੀ ਪਾਵਰਫੁਲ ਹੁੰਦੀ ਹੈ ਉਹ ਝਿੱਲੀ। ਉੱਥੇ ਬੱਚਾ ਕਿਵੇਂ ਜੁੜਿਆ ਹੁੰਦਾ ਦੇਖੋ। ਜਦੋਂ ਉਹਨੂੰ ਕਾਲਸ ਕੱਟਦੇ ਥੋੜਾ ਜਿਹਾ, ਇੱਕਦਮ ਉਹਦੀ ਸੁਰਤੀ ਟੁੱਟਦੀ ਹੈ, ਫਿਰ ਉੱਥੇ ਕਹਿੰਦੇ ਮਾਇਆ ਆ ਗਈ। ਬਸ ਉੱਥੋਂ ਮਾਇਆ ਸ਼ੁਰੂ ਹੁੰਦੀ ਹੈ। ਬਸ ਉੱਥੋਂ ਕਹਿੰਦੇ ਮਾਇਆ ਦਾ ਪ੍ਰਭਾਵ ਫੈਲ ਗਿਆ। ਅੰਜਨ ਮਾਇਆ ਨੇ ਆਪਣਾ ਕੰਮ ਕਰਨਾ। ਜਦੋਂ ਜਦੋਂ ਅੰਜਨ ਵਿੱਚ ਆਇਆ, ਪਹਿਲੇ ਪਿਆਰ ਲੱਗਾ ਥਣ ਦੁੱਧ, ਦੂਜੇ ਮਾਏ ਬਾਪ ਕੀ ਸੁੱਧ, ਤੀਜੇ ਭਈਆ ਭਾਬੀ ਬੇਬ, ਚੌਥੇ ਪਿਆਰ ਉਪੰਨੀ। ਖੇਡ ਅੱਗੇ ਵਧੀ ਗਿਆ, ਮਾਇਆ ਵਧੀ ਗਈ। ਉਹ ਅੰਜਨ ਤੇ ਵਾਹਿਗੁਰੂ ਨਿਰੰਜਨ ਹੈ, ਕਿਉਂਕਿ ਉਹ ਗਰਭ ਜੋਨੀ ਚਾਹੁੰਦਾ ਹੀ ਨਹੀਂ। ਅਜੋਨੀ ਸਹਿ ਆਪਣੇ ਆਪ ਤੋਂ ਪ੍ਰਕਾਸ਼ ਰੂਪ ਹੈ, ਨਿਰੰਕਾਰ ਜਿਹਦਾ ਕੋਈ ਆਕਾਰ ਨਹੀਂ। ਵੀ ਕਿਤਨਾ ਵੱਡਾ ਹੈ ਨਾ ਭਾਈ, ਉਹਦਾ ਕੋਈ ਆਕਾਰ, ਉਹਦਾ ਅੰਤ ਨਹੀਂ ਪਾ ਸਕਦਾ। ਬਾਕੀ ਗਤ ਕਹੀ ਨ ਜਾਈ, ਮਿਤ ਵਡਿਆਈ ਮੇਰਾ ਗੋਬਿੰਦ ਲਖ ਪਾਰ ਜਿਓ। ਗੁਰੂ ਪਾਤਸ਼ਾਹ ਕਹਿੰਦੇ ਮਨਾ ਤਾਕੀ ਗਤ ਕਹੀ ਨ ਜਾਈ। ਉਹਦੀ ਗਤ ਕੀ ਆਖ ਲੋਗੇ, ਉਹਦੀ ਗਤ ਮਿਤ ਮਰਿਆਦਾ ਕੀ ਆਖ ਲੋਗੇ। ਅਮਿਤ ਵਡਿਆਈ, ਉਹਦੀ ਵਡਿਆਈ ਅਮਿਤ। ਅਮਿਤ ਦਾ ਅਰਥ ਹੈ ਮਾਪੀ ਨਹੀਂ ਜਾਂਦੀ। ਕਿਸੇ ਦੀ ਵਡਿਆਈ ਮਾਪੋਗੇ, ਕੀ ਮਾਪੋਗੇ ਵੀ ਇਹਦੇ ਨਾਲ ਕਿੰਨੇ ਬੰਦੇ ਹਨ, ਇਹਦੇ ਕੋਲ ਕਿੰਨੀ ਮਾਇਆ ਹੈ, ਕਿਤਨਾ ਮਾਇਆ ਧਾਰੀ ਹੈ, ਉਹਨੂੰ ਕਹਿੰਦੇ ਅਮਿਤ। ਮਿਤ ਮਾਪਣਾ। ਕੌਣ ਵੱਡਾ ਮਾਇਆ ਵਡਿਆਈ, ਵਡਿਆਈ ਮਾਇਆ ਕਰਕੇ। ਪਰ ਪਾਤਸ਼ਾਹ ਕਹਿੰਦੇ ਨਾ ਭਾਈ ਨਾ, ਸੋ ਵੱਡਾ ਜਿਨ ਰਾਮ ਲਿਵਲਾਈ। ਉਹ ਅਮਿਤ ਨਾਲ ਜੁੜੋਗੇ ਤੇ ਵਡਿਆਈ ਵੀ ਅਮਿਤ ਬਣ ਜਾਵੇਗੀ। ਉਹਨਾਂ ਮਹਾਂਪੁਰਖਾਂ ਦੀ ਵਡਿਆਈ ਵੀ ਅਮਿਤ ਬਣ ਗਈ। ਬਾਬਾ ਬੁੱਢਾ ਸਾਹਿਬ ਜੀ ਮਹਾਂਪੁਰਖ, ਭਾਈ ਗੁਰਦਾਸ ਜੀ, ਉਹ ਅਮਿਤ ਹੀ ਬਣ ਗਏ। ਮੇਰਾ ਗੋਬਿੰਦ ਅਲਖ ਅਪਾਰ, ਜੋ ਮੇਰਾ ਪ੍ਰਮਾਤਮਾ ਮਾਣ ਕਰਦੇ ਨੇ ਕਿ ਮੇਰਾ ਵਾਹਿਗੁਰੂ ਗੋਬਿੰਦ ਅਲਖ, ਲਖਿਆ ਨਹੀਂ ਜਾਂਦਾ, ਜਾਣਿਆ ਨਹੀਂ ਜਾਂਦਾ, ਅਪਾਰ ਪਾਰਾਵਾਰ ਤੋਂ ਰਹਿਤ ਹੈ, ਉਹਦਾ ਕੋਈ ਅੰਤ ਨਹੀਂ ਪਾ ਸਕਦਾ। ਗੋਬਿੰਦ ਅਲਖ ਅਪਾਰ ਪਰੰਪਰ, ਆਪ ਆਪਣਾ ਜਾਣੈ। ਤੁਸੀਂ ਸੋਚੋਗੇ ਫਿਰ ਕਿਉਂ ਜਪੀਏ ਇਹਨੂੰ, ਜੇ ਵਾਹਿਗੁਰੂ ਦਾ ਅੰਤ ਹੀ ਨਹੀਂ ਪੈਂਦਾ, ਉਹਦਾ ਜਾਪ ਹੀ ਨਹੀਂ ਹੋ ਸਕਦਾ, ਉਹਨੂੰ ਵੇਖ ਹੀ ਨਹੀਂ ਸਕਦੇ, ਉਹਨੂੰ ਪਕੜ ਹੀ ਨਹੀਂ ਸਕਦੇ, ਉਹਦੇ ਦਰਸ਼ਨ ਹੀ ਨਹੀਂ ਕਰ ਸਕਦੇ, ਫਿਰ ਕਿਉਂ ਜਪੀਏ ਉਸ ਨੂੰ। ਪਾਤਸ਼ਾਹ ਕਹਿੰਦੇ ਜਪ ਲੋ ਭਲਾ ਹੋਵੇਗਾ। ਕਿਵੇਂ ਜੀ? ਗੋਬਿੰਦ ਅਲਖ ਅਪਾਰ, ਉਹ ਅਲਖ ਹੈ, ਲਖਿਆ ਨਹੀਂ ਜਾਂਦਾ। ਲਖਿਆ ਕਹਿੰਦੇ ਬੁੱਧੀ ਦਾ ਵਿਸ਼ਾ ਨਹੀਂ। ਜਿਵੇਂ ਆਉਂਦਾ ਨਾ, ਸੋਚੈ ਸੋਚ ਨਾ ਹੋਵਈ। ਬੁੱਧੀ ਚਿੰਤਨ ਕਰਦੀ ਹੈ, ਸੋਚਦੀ ਹੈ। ਕਿੰਨਾ ਸੋਚ ਲੋਗੇ ਪਰਮਾਤਮਾ ਬਾਰੇ। ਕਹਿਣ ਦਾ ਮਤਲਬ ਉਹਦਾ ਅੰਤ ਨਹੀਂ ਪੈਂਦਾ। ਅਸਲ ਭਾਵ ਹੈ ਅੰਤ ਨਹੀਂ ਪੈਂਦਾ। ਹਾਂ, ਜਿਤਨਾ ਸੋਚੋਗੇ ਵਾਹਿਗੁਰੂ ਹੋਰ ਵੱਡਾ ਹੋ ਜਾਏਗਾ, ਹੋਰ ਵੱਡਾ ਹੈ। ਤਾਂ ਕਹਿੰਦੇ ਵੱਡਾ ਮੇਰਾ ਗੋਬਿੰਦ। ਗੋਬਿੰਦ ਅਲਖ ਅਪਾਰ ਅਪਰੰਪਰ। ਅਪਰੰਪਰ ਦਾ ਅਰਥ ਹੈ ਪਰੰਪਰਾ।
ਤੋਂ ਰਹਿਤ। ਪਰੰਪਰਾ ਹੋਣ ਦੀ ਸ਼ੁਰੂਆਤ, ਕਹਿੰਦੇ ਵੀ ਫਲਾਣੀ ਸੰਪਰਦਾ ਦੀ ਕਹਿ ਲਓ ਪਰੰਪਰਾ ਕਦੋਂ ਸ਼ੁਰੂ ਹੋਈ। ਜਿਵੇਂ ਖਾਲਸਾ ਜੀ ਨਿਰਮਲ ਸੰਪਰਦਾ ਦੀ ਪਰੰਪਰਾ ਸ਼ੁਰੂ ਹੋਈ, ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਸ਼ੁਰੂ ਹੋਈ, ਪੌਂਟਾ ਸਾਹਿਬ ਤੋਂ। ਉਹ ਜਦੋਂ ਸ਼ੁਰੂ ਹੋਈ ਉਹਨੂੰ ਕਹਿੰਦੇ ਪਰੰਪਰਾ ਸ਼ੁਰੂ ਹੋ ਗਈ। ਵਾਹਿਗੁਰੂ ਕਦੋਂ ਹੋਇਆ? ਅਪਰੰਪਰ, ਉਹਦਾ ਕੋਈ ਪਤਾ ਨਹੀਂ ਕਿਸੇ ਨੂੰ। ਖਾਲਸਾ ਗੋਬਿੰਦ ਅਲਖ ਅਪਾਰ ਅਪਰੰਪਰ, ਆਪ ਆਪਣਾ ਜਾਣੈ। ਆਪਣੇ ਸਰੂਪ ਬਾਰੇ ਉਹ ਆਪ ਜਾਣਦਾ ਹੈ ਕਿ ਮੈਂ ਕਿਤਨਾ ਵੱਡਾ ਹਾਂ, ਕਿਤਨਾ ਪੁਰਾਣਾ ਹਾਂ, ਕਿਤਨੀ ਮੇਰੀ ਉਮਰ ਹੈ। ਨਾ ਭਾਈ, ਨਾ ਕੋਈ ਬੰਦਾ ਨਹੀਂ ਜਾਣ ਸਕਦਾ। परमात्मा अपने स्वरूप बारे आप ही जानता है। क्या है जंत विचारे कही है जो तुझ आप वखाण है। रब जी असी सारे विचारे कौन आ? विचारे ਜਿਹੜੇ ਤੁਹਾਡਾ ਅੰਤ ਪਾਣ ਜਾ ਰਹੇ ਆ। क्या ਇਹ ਜੰਤ ਵਿਚਾਰੇ ਕਹੀ ਹੈ। ਇਹ ਦੁਨੀਆ ਦੇ ਲੋਕ ਜਿਹੜੇ ਨਾਮ ਜਪਣ ਵਾਲੇ ਭਲੇ ਹਨ, ਪਰ ਹੈ ਵਿਚਾਰੇ। ਭਲੇ ਵੀ ਆਖਿਆ, ਵਿਚਾਰੇ ਵੀ ਆਖਿਆ। क्या ਇਹ ਜੰਤ, ਇਹ ਜੰਤੂ ਛੋਟੇ ਛੋਟੇ ਜੀਵ, ਤੁਸੀਂ ਕਿਤਨੇ ਵੱਡੇ। क्या ਇਹ ਜੰਤ ਵਿਚਾਰੇ ਕਹੀ ਹੈ ਜੋ ਤੁਧ ਆਖ ਵਖਾਣ ਹੈ। ਜਿਹੜੇ ਤੇਰਾ ਨਾਮ ਜਪਦੇ ਮਹਾਰਾਜ, ਜਿਹੜੇ ਤੈਨੂੰ ਜਪਦੇ ਹਨ ਪਾਤਸ਼ਾਹ, ਇਹ ਵਿਚਾਰੇ ਹਨ। ਵਿਚਾਰੇ ਕਹਿੰਦੇ ਅਜੇ ਨਾ ਸਮਝ ਹਨ ਮਹਾਰਾਜ। ਇਹ ਤੁਹਾਡਾ ਅੰਤ ਪਾਣਾ ਚਾਹੁੰਦੇ ਨਾ ਰੱਬ ਜੀ, ਨਾ ਤੁਹਾਡਾ ਅੰਤ ਨਹੀਂ ਪੈਣਾ। ਅੰਤ ਕੋ ਚਾਹਨ ਜੋ ਗਏ ਸੇ ਆਏ ਅੰਤ ਗਵਾਏ। ਉਹਨਾਂ ਦਾ ਆਪਣਾ ਅੰਤ ਹੋ ਗਿਆ ਮਹਾਰਾਜ। ਤੁਹਾਡਾ ਅੰਤ ਪਾਤਸ਼ਾਹ ਕੋਈ ਨਹੀਂ ਪਾ ਸਕਦਾ। ਜਿਸਨੂੰ ਨਦਰ ਕਰਹਿ ਤੂੰ ਆਪਣੀ ਸੋ ਗੁਰਮੁਖ ਕਰੇ ਵਿਚਾਰ ਜਿਓ। हाँ, एक तरीका है जिस ते वाहिगुरु नदर करे फिर वो जुड़ता है गुरु नाल। तीन शब्द ध्यान रखना, जिग्यासु, गुरु ते परमात्मा। पहला परमात्मा बख्शिश करता है जिग्यासु उत्ते, मनुख उत्ते, वो जुड़ता है गुरु नाल। गुरु शब्द का जाप करा के जोड़ता है परमात्मा नाल। जोड़ेगा गुरु ही। इकल्ला को जी जुड़ जावा ना भाई ना। ये भी ध्यान रखना, गुरु बिना गत नहीं। गुरमंत्र धारण करना ही पवेगा। गुरु ग्रंथ साहिब पातशाह ने गुरु पढ़ाना ही पवेगा। पंजा प्यारियां तो वाहिगुरु गुरमंत्र लैना ही पवेगा। बिना लए अब जपदे तो सारे असी, पर अधूरे रह जावांगे भाई। भावें सानू गल अज समझ आवे, भावें 20 साल बाद समझ आवे, आवेगी समझ कि बिना गुरु तो भाई गत नहीं होनी। जपदे सारे हैं वाहिगुरु, पर दस नहीं बनता ना। रस तां ही बनेगा जे गुरु पातशाह किरपा करनगे। गुरु फिर रस पैदा करता है। वाहिगुरु वाहिगुरु गुरु रस पैदा करके जोड़दा। जा भाई जोड़दा, प्रेम भी जोड़दा। प्रेम ही परमात्मा है, बस प्रेम ही परमात्मा है, अकाल पुरख है। गुरु जोड़दा है उस वाहिगुरु नाल। जिसनों नदर करहै तू अपनी, ऐ रब जी जिस ते तुसी अपनी मेहर भरी निगाह करदे हो, सो ओ मनुख गुरमुख करे विचार जियो। गुरु दे मुख तो उपदेश लैके, शब्द लैके फिर शब्द दी विचार करदा है। ਵੱਡਾ ਮੇਰਾ ਗੋਬਿੰਦ ਅਗਮ ਗੋਚਰ आद निरंजन निरंकार जियो। फिर महाराज पहला पदा इस ते मोहर ला रहे। ओ मना एवें ना भुलेखे च रह जाई। वड्डा मेरा गोबिंद अगम गोचर। मेरा परमात्मा बड़ा वड्डा है, मन दी पहुंच तो रहत है, इंद्रियां दे विषय तो रहत है,
ਆਦ ਸਭ ਦਾ ਮੋਢੀ ਹੈ, ਨਿਰੰਜਨ ਮਾਇਆ ਦੀ ਕਾਲਕ ਤੋਂ ਰਹਿਤ ਹੈ, ਨਿਰੰਕਾਰ ਉਹਦਾ ਕੋਈ ਆਕਾਰ ਨਹੀਂ। ਤੂੰ ਆਦ ਪੁਰਖ ਪਰੰਪਰ ਕਰਤਾ, ਤੇਰਾ ਪਾਰ ਨ ਪਾਇਆ ਜਾਏ ਜਿਉ। ਐ ਰੱਬ ਜੀ ਤੁਸੀਂ ਆਦ ਸਭ ਦੇ ਮੋਢੀ ਹੋ। ਆਦ ਪੁਰਖ, ਪੁਰਖ ਦਾ ਅਰਥ ਹੈ ਪੁਰਖ। ਖ ਕਹਿੰਦੇ ਆਕਾਸ਼ ਨੂੰ, ਪੁਰ ਕਹਿੰਦੇ ਨਗਰ ਸ਼ਹਿਰ। ਜਿਵੇਂ ਸਮਝ ਲਓ ਕੋਈ ਨਗਰ ਹੈ, ਪਟਿਆਲਾ ਹੈ, ਇਹਦੇ ਉੱਤੇ ਖਾਲੀ ਜਗ੍ਹਾ ਆਕਾਸ਼ ਹੀ ਹੈ, ਜਿੱਥੇ ਬੈਠੇ ਆ ਉੱਥੇ ਖਾਲੀ ਜਗ੍ਹਾ ਆਕਾਸ਼ ਹੈ। ਜਿੱਥੇ ਜਿੱਥੇ ਆਕਾਸ਼ ਹੈ ਉੱਥੇ ਉੱਥੇ ਪ੍ਰਮਾਤਮਾ ਹੈ ਭਾਈ। ਤੇ ਪ੍ਰਮਾਤਮਾ ਸਾਰੀ ਥਾਵਾਂ ਤੇ, ਆਕਾਸ਼ ਸਾਰੀ ਥਾਵਾਂ ਤੇ ਨਾ, ਉਹਨੂੰ ਕਹਿੰਦੇ ਪੁਰਖ ਵਿਆਪਕ। ਜੋ ਆਕਾਸ਼ ਦੀ ਨਿਆਈ ਸਭ ਥਾਵਾਂ ਤੇ ਵਿਆਪਕ ਹੋਵੇ ਉਹਨੂੰ ਕਹਿੰਦੇ ਪੁਰਖ। ਤਾਂ ਪਾਤਸ਼ਾਹ ਕਹਿੰਦੇ ਆਦ ਪੁਰਖ ਅਪਰੰਪਰ ਕਰਤਾ। ਤੁਹਾਡੀ ਪਰੰਪਰਾ ਕਦੋਂ ਸ਼ੁਰੂ ਹੋਈ ਕੋਈ ਨਹੀਂ ਜਾਣਦਾ ਮੇਰੇ ਪ੍ਰਮਾਤਮਾ। ਤੁਹਾਡਾ ਅੰਤ ਤੇਰਾ ਪਾਰ ਨਾ ਪਾਇਆ ਜਾਏ ਜੀਓ, ਤੁਹਾਡਾ ਕੋਈ ਅੰਤ ਵੀ ਨਹੀਂ ਪਾ ਸਕਦਾ। ਤੂੰ ਘਟ ਘਟ ਅੰਤਰ ਸਰਬ ਨਿਰੰਤਰ, ਸਭ ਮੈਂ ਰਹਿਆ ਸਮਾਏ ਜਿਉ। ਹੁਣ ਆ ਗਿਆ ਪੁਰਖ। ਪਹਿਲਾਂ ਨਿਰਗੁਣ ਆਖਿਆ ਸੀ, ਹੁਣ ਸਰਗੁਣ ਵਿੱਚ ਆ ਕੇ ਦੇਖੋ ਸਰਗੁਣ ਚ ਕਿਵੇਂ ਵਿਆਪਕ ਹੈ। ਜਿਤਨਾ ਬਾਹਰਲਾ ਬਸਾਰਾ ਉੱਤੇ ਹੈ, ਆਲੇ ਦੁਆਲੇ ਹੈ, ਉਹ ਸਾਰਾ ਸਰਗੁਣ ਦਾ ਹੈ। ਹੁਣ ਆ ਗਏ ਸਰੀਰ ਵਿੱਚ। ਤੂੰ ਘਟ ਘਟ ਅੰਤਰ ਸਰਬ ਨਿਰੰਤਰ। ਐ ਪ੍ਰਮਾਤਮਾ ਤੁਸੀਂ ਹਰ ਸਰੀਰ ਵਿੱਚ ਹੋ, ਸਭਨਾ ਨਿਰੰਤਰ ਇੱਕ ਰਸ ਲਗਾਤਾਰ ਵਿਆਪਕ ਹੋ। ਸਭ ਮਹਿ ਰਹਿਆ ਸਮਾਏ ਜਿਉ। ਸਭਨਾ ਆਪ ਜੀ ਸਮਾਏ ਹੋਇਓ ਮਹਾਰਾਜ। ਜਿਹਨੂੰ ਕਹਿੰਦੇ ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨ। ਸਭ ਦੇ ਹਿਰਦੇ ਦੀ ਜਾਣਦਾ, ਕਿਉਂ? ਸਭ ਦੇ ਅੰਦਰ ਬੈਠਾ ਹੈ। ਘਟ ਘਟ ਮੈਂ ਹਰ ਜੂ ਬਸੈ, ਸੰਤਨ ਕਹਿਓ ਪੁਕਾਰ। ਉਹ ਹਰ ਹਿਰਦੇ ਰੂਪੀ ਘੜੇ 'ਚ ਵਾਹਿਗੁਰੂ ਹੈ। ਤੂੰ ਘਟ ਘਟ ਅੰਤਰ ਸਰਬ ਨਿਰੰਤਰ, ਸਭ ਮਹਿ ਰਹਿਆ ਸਮਾਏ ਜਿਉ। ਉਹ ਸਭਨਾ ਵਿੱਚ ਸਮਾਇਆ ਹੋਇਆ ਹੈ। ਘਾਟੀ ਅੰਤਰ ਪਾਰ ਬ੍ਰਹਮ ਪਰਮੇਸ਼ਰ, ਤਾਕਾ ਅੰਤ ਨਾ ਪਾਇਆ। ਅੰਦਰ ਵੀ ਹੈ। ਹੁਣ ਕੋਈ ਬਿਨਾਂ ਸ਼ਬਦ ਤੋਂ ਜਾ ਕੇ ਦੇਖੇ ਅੰਦਰ ਜਾ ਹੀ ਨਹੀਂ ਸਕਦਾ। ਘਟ ਅੰਤਰ ਘੜੇ ਰੂਪੀ ਹਿਰਦੇ ਰੂਪੀ ਘੜੇ ਵਿੱਚ ਹੈ। ਸਰਬ ਸਾਰੇ ਵਿੱਚ ਪਾਰ ਬ੍ਰਹਮ ਪ੍ਰਮਾਤਮਾ ਹੈ। ਘਟ ਅੰਤਰ ਪਾਰ ਬ੍ਰਹਮ ਪਰਮੇਸ਼ਰ ਨਿਰਗੁਣ ਵੀ ਸਰੀਰ ਵਿੱਚ ਆ ਗਿਆ ਭਾਈ। ਤਾਕਾ ਅੰਤ ਨ ਪਾਇਆ, ਤਾਕਾ ਅੰਤ ਨ ਪਾਇਆ। ਅੰਤ ਨ ਪਾਇਆ, ਤਾਕਾ ਅੰਤ ਨ ਪਾਇਆ। ਤਾਕਾ ਅੰਤ ਨ ਪਾਇਆ, ਤਾਕਾ ਅੰਤ ਨ ਪਾਇਆ। ਅੰਤ ਨ ਪਾਇਆ, ਤਾਕਾ ਅੰਤ ਨ ਪਾਇਆ। ਅੰਤ ਫਿਰ ਵੀ ਨਹੀਂ ਪੈਂਦਾ। ਅੰਤ ਕਹਿੰਦੇ ਅਖੀਰਲਾ ਤੁਰਾ ਅੰਦਰ ਹੈ, ਪਰ ਜਿਤਨਾ ਜਪੋਗੇ ਉਤਨਾ ਹੋਰ ਡੂੰਘਾ ਹੋ ਜਾਏਗਾ। ਵਾਹਿਗੁਰੂ ਵਾਹਿਗੁਰੂ। ਜਦ ਤੱਕ ਆਵਾਜ਼ ਜਾਂਦੀ ਹੈ, ਉਹ ਆਵਾਜ਼ ਆਨੰਦ ਆਵੇਗੀ ਤਾਂ ਨਹੀਂ, ਉਸ ਤੱਕ ਲੈ ਜਾਏਗੀ, ਪਰ ਹੋਰ ਡੂੰਘਾ ਹੋ ਜਾਏਗਾ, ਹੋਰ ਅੰਦਰ ਚਲਾ ਜਾਵੇਗਾ। ਵਾਹਿਗੁਰੂ ਉਹਦਾ ਅੰਤ ਕੋਈ ਨਹੀਂ ਪਾ ਸਕਦਾ ਮਨਾ। ਉਹ ਪਾਰ ਬ੍ਰਹਮ ਪ੍ਰਮਾਤਮਾ ਹੈ। ਤੇ ਸਰੂਪ ਨ ਰੇਖ ਗੋਚਰ, ਗੁਰਮੁਖ ਲਖ ਲਖਾਇਆ। ਤੇ ਵਾਹਿਗੁਰੂ ਦਾ ਰੂਪ ਕੋਈ ਰੂਪ ਨਹੀਂ। ਚੱਕਰ ਚਿਹਨ ਅਰ ਬਰਨ ਜਾਤ,
अर पात नहन जेह रूप रंग अर रेख पेख को कह ना सकत केह कोई भी नहीं कह सकता। तिस रूप ना रेख अदिष्ट अगोचर, अदिष्ट दिखदा नहीं, अगोचर किसे ज्ञान इंद्री दा कर्म इंद्री दा विषा नहीं। पर किवे समझ आवेगा मना, गुरमुख अलख लखाया, गुरमुख अलख लखाया, ਗੁਰਮੁਖ ਲਖ ਲਖਾਇਆ, ਗੁਰਮੁਖ ਲਖ ਲਖਾਇਆ, ਗੁਰਮੁਖ ਅਲਖ ਲਖਾਇਆ, ਗੁਰਮੁਖ ਅਲਖ ਲਖਾਇਆ, ਗੁਰਮੁਖ ਲਖ ਲਖਾਇਆ, ਗੁਰਮੁਖ ਲਖ ਲਖਾਇਆ। ਗੁਰੂ ਦੇ ਰਾਹੀਂ ਰੱਬ ਨੇ ਆਪਣਾ ਸਰੂਪ ਲਖਾ ਦਿੱਤਾ, ਜਣਾ ਦਿੱਤਾ। ਗੁਰਮੁਖ ਗੁਰੂ ਦੇ ਰਾਹੀਂ ਜਣਾਇਆ ਕਿਸ ਨੂੰ? ਜਿਹੜਾ ਗੁਰੂ ਨਾਲ ਜੁੜਿਆ, ਗੁਰਮੰਤਰ ਜੀ ਨੇ ਲਿਆ, ਉਹਦਾ ਜਾਪ ਕੀਤਾ ਤੇ ਰੱਬ ਨੇ ਕਿਹਾ ਲੈ ਭਾਈ ਇਹ ਅਲੱਖ ਹੈ, ਤੈਨੂੰ ਜਣਾਤਾ ਹੈ। ਬਸ ਉਹ ਜਾਣ ਗਿਆ, ਉਹਨੂੰ ਸਮਝ ਆ ਗਈ, ਪਰ ਉਹ ਬੋਲੇਗਾ ਨਹੀਂ। ਫਿਰ ਉਹ ਅੱਖੋ ਸਤਨਾਮ, ਉਹ ਫਿਰ ਅਬੋਲ ਵਿੱਚ ਪਹੁੰਚ ਜਾਂਦਾ ਹੈ। ਖਾਲਸਾ ਬੋਲ ਅਬੋਲ ਮੱਧ ਹੈ ਸੋਈ, ਕਬੀਰ ਸਾਹਿਬ। ਬੋਲ ਅਬੋਲ ਮੱਧ ਹੈ ਸੋਈ, ਉਹ ਬੋਲੇਗਾ ਵੀ ਨਹੀਂ ਤੇ ਅਬੋਲ, ਉਹਦੇ ਵਿੱਚ ਵੀ ਕਾਲ ਪੁਰਖ। ਹੁਣ ਦੇਖੋ ਸ਼ਬਦ ਦੇਖਣਾ, ਬੋਲ ਵਾਹ, ਵਾਹ ਬੋਲਣ ਤੋਂ ਪਹਿਲਾਂ ਵੀ ਕੁਛ ਹੈ ਅਬੋਲ। ਦੋਵਾਂ ਦੇ ਵਿਚਕਾਰ ਕਿੰਨਾ ਫਰਕ ਹੋਵੇਗਾ? ਇੱਕ ਸੈਕਿੰਡ ਤੋਂ ਪਹਿਲਾਂ ਕਿੰਨਾ ਬਰੀਕ ਸਮਾਂ ਹੈ। ਬੋਲ ਤੇ ਅਬੋਲ ਦੋਵਾਂ ਦੇ ਵਿਚਕਾਰ ਹੋ ਬੈਠਾ, ਇੰਨਾ ਬਰੀਕ ਹੈ। ਦੇਖੋ ਹੁਣ ਇਹਦੀ ਪਕੜ ਸਾਡੇ ਹੱਥ ਵਿੱਚ ਨਹੀਂ ਆਣੀ ਭਾਈ, ਇਹ ਤਾਂ ਬਸ ਰੱਬ ਦੀ ਬਖਸ਼ਿਸ਼ ਨਾਲ ਸਮਝ ਆਉਣਾ ਹੈ। ਬੋਲ ਅਬੋਲ, ਕੋਈ ਬੋਲਿਆ ਸ਼ਬਦ ਵਾਹ, ਬੋਲ ਇਹ ਹੁੰਦਾ ਹੈ। ਤੇ ਜਿਹੜਾ ਨਹੀਂ ਬੋਲਿਆ ਉਹਦੇ ਵਿਚਕਾਰ ਕਿੰਨਾ ਸਮਾਂ ਹੋਵੇਗਾ? ਬਸ ਇੱਕ ਸੈਕਿੰਡ ਤੋਂ ਵੀ ਘੱਟ। ਉਹ ਵੀ ਰੱਬ ਹੈ ਖਾਲਸਾ ਜੀ, ਸਾਰੇ ਪਾਸੇ ਉਹੀ ਹੈ। ਤੇ ਸਮਝਾਵੇਗਾ ਗੁਰੂ ਰਾਹੀਂ ਕਿਸੇ ਪਿਆਰੇ ਨੂੰ। ਗੁਰਮੁਖ ਅਲਖ ਲਖਾਇਆ, ਉਹਨੇ ਜਣਾ ਦਿੱਤਾ। ਸਦਾ ਆਨੰਦ ਰਹਿ ਦਿਨ ਰਾਤੇ, ਇਹ ਫਾਇਦਾ ਹੈ ਬਸ। ਰੱਬ ਦਾ ਨਾਮ ਜਪਣ ਦਾ ਕੀ ਫਾਇਦਾ ਹੈ ਜੀ? ਪਾਤਸ਼ਾਹ ਕਹਿੰਦੇ ਸੁਣੋ ਕੀ ਫਾਇਦਾ ਹੈ। ਪਹਿਲਾਂ ਮਿਲਦਾ ਕੀ ਹੈ ਜੀ? ਗੋਪਾਲ ਤੇਰਾ ਆਰਤਾ, ਜੋ ਜਨ ਤੁਮਰੀ ਭਗਤ ਕਰਨ ਤੇ ਤਿਨਕੇ ਕਾਜ ਸਵਾਰਤਾ। ਦਾਲ ਸੀਧਾ ਮੰਗੋ ਘੀਓ, ਹਮਰਾ ਖੁਸ਼ੀ ਕਰੇ ਨਿਤ ਜੀਓ। ਪਨੀਆ ਛਾਦਨ ਨੀਕਾ, ਅਨਾਜ ਮੰਗੋ ਸਤ ਸੀਕਾ। ਇਹ ਸਭ ਕੁਝ ਮਿਲਦਾ ਹੈ। ਕਹਿੰਦੇ ਤਾਂ ਦੁਨਿਆਵੀ ਚ ਮਿਲਣਗੀਆਂ, ਫਿਰ ਅੱਗੇ ਲਓ ਰੂਹਾਨੀ ਚੀਜ਼ਾਂ। ਸਦਾ ਆਨੰਦ ਰਹਿ ਦਿਨ ਰਾਤੀ, ਉਹ ਪਿਆਰੇ ਹਮੇਸ਼ਾ ਹੀ ਆਨੰਦ ਵਿੱਚ ਰਹਿੰਦੇ, ਦਿਨ ਵੀ ਰਾਤ ਵੀ। ਤੇ ਉੱਥੇ ਰਾਤ ਦਿਨ ਨਹੀਂ ਹੁੰਦੀ ਖਾਲਸਾ ਜੀ, ਧਿਆਨ ਰੱਖਣਾ। ਸਹਿਜ ਸਮਾਧੀ ਵਿੱਚ ਨਾ ਦਿਨ ਹੈ ਨਾ ਰਾਤ ਹੈ। ਰਾਤ ਦਿਨ ਇੱਕ ਸਮਾਂ ਹੈ, ਕਾਲ ਹੈ। ਪਰ ਜਿਹੜਾ ਅਕਾਲ ਵਿੱਚ ਪਹੁੰਚ ਗਿਆ ਉੱਥੇ ਕਾਲ ਹੋਵੇਗਾ ਹੀ ਨਹੀਂ। ਤਾਂ ਦੱਸਦੇ ਵੀ ਲੋਕਾਂ ਲਈ, ਦੁਨਿਆਵੀ ਲੋਕੋ ਉਹ ਪਿਆਰਾ ਦਿਨ ਰਾਤ ਇੱਕ ਰਸ ਲਗਾਤਾਰ ਆਨੰਦ ਵਿੱਚ ਰਹਿੰਦਾ ਹੈ। ਸਹਿਜੇ ਨਾਮ, ਉਹ ਸਹਿਜ ਵਿੱਚ ਹੀ ਨਾਮ ਵਿੱਚ ਸਮਾਇਆ। ਸਹਿਜੇ ਨਾਮ ਸਮਾਇਆ। ਸਹਿਜ ਕਹਿੰਦੇ ਆਪਣੇ ਆਪ, ਉਹ ਨਾਮ ਵਿੱਚ ਹੀ ਸਮਾਇਆ ਰਹਿੰਦਾ। ਨਾਮ ਹੀ ਪ੍ਰਮਾਤਮਾ ਹੈ। ਉਹ ਨਾਮ ਨਾਮੀ ਦੋਵੇਂ ਅਭੇਦ ਹਨ, ਉਹਦੇ ਵਿੱਚ ਹੀ ਸਮਾਇਆ ਰਹਿੰਦਾ ਹੈ। ਤੂੰ ਆਦਿ ਪੁਰਖ ਪਰੰਪਰ ਕਰਤਾ, ਤੇਰਾ ਪਾਰ ਨ ਪਾਇਆ ਜਾਏ ਜੀਓ। ਫਿਰ ਵੀ ਰੱਬ ਜੀ ਉਹ ਪਿਆਰੇ ਉੱਥੇ ਪਹੁੰਚ ਜਾਂਦੇ, ਸਹਿਜੇ ਨਾਮ ਸਮਾਏ ਜੀਓ। ਵਾਹਿਗੁਰੂ ਵਾਹਿਗੁਰੂ।
ਉੱਥੇ ਪਹੁੰਚ ਕੇ ਵੀ ਨਾ ਉਹਨਾਂ ਨੇ ਹੱਥ ਖੜੇ ਹੋ ਜਾਂਦੇ, ਰੱਬ ਜੀ ਤੁਹਾਡਾ ਅੰਤ ਨਹੀਂ ਪਾਏ, ਤੂੰ ਆਦਿ ਪੁਰਖ ਅਪਰੰਪਰ ਕਰਤਾ, ਤੁਸੀਂ ਸਭ ਦੇ ਮੋਢੀ ਪੁਰਖ ਹੋ, ਵਿਆਪਕ ਹੋ, ਪਰੰਪਰਾ ਤੋਂ ਰਹਿਤ ਹੋ, ਤੁਹਾਡੀ ਸ਼ੁਰੂਆਤ ਕਦੋਂ ਹੋਈ ਕੋਈ ਨਹੀਂ ਜਾਣਦਾ, ਤੁਹਾਡਾ ਪਾਸਾ ਕਰਤਾ ਸਰੂਪ ਤੁਸੀਂ ਕਿਤਨੇ ਵੱਡੇ ਹੋ, ਸਭ ਨੂੰ ਤੁਸੀਂ ਪੈਦਾ ਕੀਤਾ, ਤੇਰਾ ਪਾਰ ਨਾ ਪਾਇਆ ਜਾਏ ਜਿਉ, ਰੱਬ ਜੀ ਤੁਹਾਡਾ ਪਾਰ ਅੰਤ ਕੋਈ ਨਹੀਂ ਪਾ ਸਕਦਾ। ਤੂੰ ਸਤ ਪਰਮੇਸ਼ਰ ਸਦਾ ਬਿਨਾਸੀ, ਹਰ ਹਰ ਗੁਣੀ ਨਿਧਾਨ ਜੀਓ। ਬਾਕੀ ਦੁਨੀਆ ਦੇ ਜੀਵ ਅਸਤ ਹਨ, ਪ੍ਰਮਾਤਮਾ ਹਰ ਵੇਲੇ ਹੈ, ਆਦ ਸੱਚ ਜੁਗਾਦ ਸੱਚ ਹੈ, ਭੀ ਸੱਚ ਨਾਨਕ ਹੋਸੀ ਭੀ ਸੱਚ, ਉਹ ਸੱਚ ਹੈ ਵਾਹਿਗੁਰੂ। ਤਾਂ ਪਾਤਸ਼ਾਹ ਕਹਿੰਦੇ ਤੂੰ ਸਤ ਪਰਮੇਸ਼ਰ, ਤੁਸੀਂ ਮਹਾਰਾਜ ਸਤ ਪਰਮੇਸ਼ਰ ਹੋ, ਅਬਨਾਸ਼ੀ ਹੋ, ਹਰ ਹਰ ਗੁਣੀ ਨਿਧਾਨ ਜੀਓ, ਤੁਸੀਂ ਮੇਰੇ ਵਾਹਿਗੁਰੂ ਹਰੀ ਹਰੀ, ਸਭ ਨੂੰ ਹਰਿਆ ਭਰਿਆ ਕਰਨ ਵਾਲੇ ਗੁਣਾ ਦੇ ਖਜ਼ਾਨੇ ਹੋ। ਹਰ ਹਰ ਪ੍ਰਭ ਏਕੋ ਅਵਰ ਨ ਕੋਈ, ਤੂੰ ਆਪੇ ਪੁਰਖ ਸੁਜਾਨ ਜੀਓ। ਹਰੀ ਹਰੀ ਪ੍ਰਮਾਤਮਾ ਇੱਕੋ ਹੀ ਹੈ ਸਾਰੇ ਪਾਸੇ ਭਾਈ, ਕੋਈ ਹੋਰ ਨਹੀਂ। ਹਰ ਹਰ ਪ੍ਰਭ ਇੱਕੋ ਹੀ ਹੈ, ਅਵਰ ਨਾ ਕੋਈ ਦੂਜਾ ਨਹੀਂ। ਐ ਮੇਰੇ ਪ੍ਰਮਾਤਮਾ ਤੂੰ ਆਪੇ ਪੁਰਖ ਸੁਜਾਨ ਜੀਓ, ਤੁਸੀਂ ਆਪੇ ਪੁਰਖ ਵਿਆਪਕ ਹੋ ਕੇ ਸਭ ਤੋਂ ਸਿਆਣੇ ਹੋ। ਪੁਰਖ ਸੁਜਾਨ ਤੂੰ ਪ੍ਰਧਾਨ, ਤੁਧ ਜੀਵੜ ਅਵਰ ਨਾ ਕੋਈ। ਐ ਰੱਬ ਜੀ ਤੁਸੀਂ ਪੁਰਖ ਪ੍ਰਧਾਨ ਪੁਰਖ ਹੋ। ਪ੍ਰਧਾਨ ਕਹਿੰਦੇ ਸਭ ਤੋਂ ਉੱਤੇ, ਬਸ ਬੜੇ ਸਿਆਣੇ ਹੋ ਮਹਾਰਾਜ, ਸੁਜਾਨ ਸਿਆਣੇ ਹੋ ਪਾਤਸ਼ਾਹ, ਪੁਰਖ ਸੁਜਾਨ ਤੂੰ ਪ੍ਰਧਾਨ, ਤੁਧ ਜੀਵੜ ਅਵਰ ਨ ਕੋਈ, ਤੁਹਾਡੇ ਵਰਗਾ ਹੋਰ ਕੋਈ ਵੀ ਨਹੀਂ ਹੈ। ਤੇਰਾ ਸ਼ਬਦ ਸਭ ਤੂੰ ਹੈ ਵਰਤੈ, ਤੂੰ ਆਪੇ ਕਰਹਿ ਸੋ ਹੋਈ। ਐ ਰੱਬ ਜੀ ਤੇਰਾ ਸ਼ਬਦ ਤੇਰਾ ਹੁਕਮ ਸਾਰੇ ਪਾਸੇ ਵਰਤ ਰਿਹਾ, ਬਸ ਆਖੋ ਸਤਨਾਮ। ਜਿਹਨੂੰ ਹੁਕਮ ਦੀ ਸਮਝ ਆ ਗਈ ਨਾ, ਆਵੇਗੀ ਵੀ ਰੱਬ ਦੀ ਕਿਰਪਾ ਨਾਲ। ਬਸ ਹੁਕਮ ਕੀ ਹੈ? ਗਰਮੀ ਹੈ, ਹੁਕਮ ਹੈ। ਸਰਦੀ ਆ ਗਈ, ਉਹਦਾ ਹੁਕਮ ਹੈ। ਦੁੱਖ ਆ ਗਿਆ, ਹੁਕਮ ਹੈ। ਦੁੱਖ ਕਿੰਨੇ ਬਣਾਇਆ ਜੀ? ਦੁੱਖ ਵੀ ਪੈਦਾ ਕਰਨ ਵਾਲਾ ਉਹੀ ਹੈ। ਚਾਰ ਚੀਜ਼ਾਂ ਦੇਖੀਏ। ਕਿਸੇ ਲਈ ਦੁੱਖ ਆ ਗਿਆ, ਨੋਰਮਲ ਬੰਦੇ ਲਈ ਉਹ ਕਹਿੰਦਾ ਬੜਾ ਵੱਡਾ ਦੁੱਖ ਆਇਆ, ਮੈਂ ਮਰ ਜਾਵਾਂ। ਉਹੀ ਦੁੱਖ ਆ ਗਿਆ ਥੋੜੇ ਜਿਹੇ ਉਤਲੇ ਲੈਵਲ ਬੰਦੇ ਲਈ, ਥੋੜੀ ਬਹੁਤੀ ਬੰਦਗੀ ਕਰਨ ਵਾਲਾ, ਕਹਿੰਦਾ ਰੱਬ ਜੀ ਦੁੱਖ ਤਾਂ ਆਇਆ ਪਰ ਮੇਰੇ ਕਰਮਾਂ ਅਨੁਸਾਰ ਆਇਆ ਹੈ। ਜਿਹੜੇ ਕਰਮ ਮੈਂ ਕੀਤੇ, ਦੱਦਾ ਦੋਸ਼ ਨਾ ਦਿਓ ਕਿਸੇ, ਦੋਸ਼ ਕਰਮਾਂ ਆਪਣਿਆਂ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਨਾ, ਉਹ ਮੇਰੇ ਕਰਮਾਂ ਅਨੁਸਾਰ ਆਇਆ। ਤੀਜਾ ਕਹਿੰਦੇ ਮੇਰੇ ਕਰਮ ਕਿੰਨੇ ਬਣਾਏ ਬਈ? ਰੱਬ ਨੇ ਬਣਾਏ। ਕਰਮ ਵੀ ਤਾਂ ਹੁਕਮ ਹੈ। ਕਰਮ ਕੀ ਲਿਖਿਆ ਰੂਪ, ਰੱਬ ਨੇ ਲਿਖਤੀ ਸਰੂਪ ਸਾਡੇ ਮੱਥੇ ਤੇ ਲਿਖਤਾ, ਉਹ ਲਿਖਣ ਵਾਲਾ ਤਾਂ ਉਹੀ ਹੈ, ਉਹ ਬਣ ਗਿਆ ਰੱਬ ਦਾ ਹੁਕਮ। ਰੱਬ ਦੇ ਹੁਕਮ ਅਨੁਸਾਰ ਸਭ ਦੇ ਕਲਮ ਲਿਖਤੇ। ਚੌਥਾ ਬੰਦਾ ਕਹਿੰਦਾ ਰੱਬ ਜੀ ਤੁਸੀਂ ਜੋ ਲਿਖਿਆ ਨਾ ਤੇਰੀ ਦਾਤ ਹੈ। ਉਹ ਪਹੁੰਚ ਗਿਆ ਬਖਸ਼ਿਸ਼ ਵੱਲ। ਹੁਕਮ ਹੀ ਤਾਂ ਬਖਸ਼ਿਸ਼ ਹੈ ਰੱਬ ਜੀ। ਕੇਤਿਆ ਦੁਖ ਭੂਖ ਸਦ ਮਾਰ, ਇਹ ਭੇ ਦਾਤ ਤੇਰੀ, ਦਾਤਾਰ ਤੇਰੀ ਦਾਤ ਹੈ। ਬਸ ਸਾਰੇ ਪਾਸੇ ਜੋ ਵਰਤ ਰਿਹਾ ਨਾ, ਖੁਸ਼ੀ ਗਮੀ, ਸੁਖ ਦੁੱਖ, ਚੰਗਿਆਈ ਬੁਰਿਆਈ, ਇਹ ਉਹਦੀ ਬਖਸ਼ਿਸ਼ ਹੈ। ਬਸ ਜਿਹਨੂੰ ਇਹ ਸਮਝ ਆ ਗਈ ਨਾ, ਬਸ ਉਹ ਬੰਦਾ ਜਿੰਦੇ ਜੀ ਮੁਕਤ ਹੈ। ਮਰਨ ਤੋਂ ਬਾਅਦ ਤਾਂ ਮੁਕਤੀ ਕਿੰਨੇ ਵੇਖੀ, ਜਿੰਦੇ ਜੀ ਮੁਕਤ ਹੈ ਉਹ ਪਿਆਰਾ।
ਉਹ ਕਦੀ ਦੁਖੀ ਨਹੀਂ, ਹਮੇਸ਼ਾ ਆਨੰਦ ਵਿੱਚ ਰਹੇਗਾ। ਤਾਂ ਪਾਸ਼ਾ ਕਹਿੰਦੇ ਤੇਰਾ ਸ਼ਬਦ ਸਭ ਤੂੰ ਹੈ ਵਰਤੈ, ਤੇਰਾ ਹੁਕਮ ਹੀ ਸਾਰੇ ਪਾਸੇ ਵਰਤ ਰਿਹਾ, ਉਹ ਤੁਸੀਂ ਆਪ ਵਰਤ ਰਹੇ ਹੋ ਮਹਾਰਾਜ। ਐਸੇ ਪਾਸ਼ਾ ਤੁਸੀਂ ਹੋ, ਤੂੰ ਆਪੇ ਕਰ ਹੈ, ਤੁਸੀਂ ਜੋ ਕਰਦੇ ਹੋ ਮਹਾਰਾਜ ਉਹ ਹੁੰਦਾ ਹੈ। ਹਰ ਸਾਮੈ ਰਵਿਆ ਇੱਕੋ ਸੋਈ, ਗੁਰਮੁਖ ਲਖਿਆ ਹਰ ਨਾਮ ਜੀਓ। ਹਰੀ ਸਾਰੇ ਵਿੱਚ ਰਵਿਆ ਹੋਇਆ ਇੱਕੋ ਹੀ ਹੈ। ਤੂੰ ਜੋਗੀ ਅੰਦਰ ਜੋਗੀਆ, ਭੋਗੀ ਅੰਦਰ ਭੋਗੀਆ, ਤੇਰਾ ਅੰਤ ਨਾ ਪਾਇਆ, ਸੁਰਗ ਮਸ਼ ਪਿਆਲ ਜੀਓ, ਕਿਸੇ ਨੇ ਤੇਰਾ ਅੰਤ ਨਹੀਂ ਪਾਇਆ। ਜੋਗੀ ਅੰਦਰ ਜੋਗੀ ਕਹਿੰਦੇ ਜੁੜਿਆ ਹੋਇਆ, ਉੱਥੇ ਜੁੜੇ ਹੋਏ ਤੁਸੀਂ। ਭੋਗੀ ਕਹਿੰਦੇ ਖਾਣ ਪੀਣ ਵਾਲਾ, ਜਿਹੜਾ ਖਾਣ ਪੀਣ ਧਿਆਨ ਰੱਖਦਾ, ਉੱਥੇ ਤੁਸੀਂ ਬੈਠੇ ਹੋ ਮਹਾਰਾਜ। ਉਹ ਤਾਂ ਖਾਉਂਦਾ ਜੇ ਤੁਸੀਂ ਖਵਾਉਂਦੇ ਹੋ ਮਹਾਰਾਜ ਉਹਨੂੰ। ਜੇ ਖਵਾਉਣ ਵਾਲਾ ਅੰਦਰ ਨਹੀਂ ਤੇ ਬੰਦਾ ਕੀ ਖਾਵੇਗਾ, ਕੀ ਬੋਲੇਗਾ, ਕੀ ਗਾਵੇਗਾ, ਕੀ ਹੱਸੇਗਾ, ਕੀ ਨੱਚੇਗਾ? ਨੱਚ ਨਹੀਂ ਸਕਦਾ। ਉਹ ਸਾਰਿਆਂ ਵਿੱਚ ਹੈ। ਤੁਸੀਂ ਕਹੋ ਜੀ ਸਾਰਿਆਂ ਵਿੱਚ ਹੈ, ਫਿਰ ਗੱਲ ਕਿਉਂ ਨਹੀਂ ਬਣਦੀ? ਸੁਣੋ ਮਿਸਾਲ ਕੀ, ਇੱਕ ਕਿਸੇ ਬੰਦੇ ਦੇ ਘਰ ਕੋਈ ਗੈਸਟ ਆ ਗਿਆ, ਉਹਨੂੰ ਉਹਦੇ ਕੋਲ ਬੈਠੇਗਾ, ਗੱਲਬਾਤ ਕਰੇਗਾ, ਗੈਸਟ ਖੁਸ਼ ਰਹੇਗਾ ਨਾ। ਜਿਹੜਾ ਗੈਸਟ ਆਇਆ, ਮਹਿਮਾਨ ਆਇਆ, ਉਹਦੇ ਕੋਲ ਬੈਠੇ ਹੀ ਨਾ, ਆਪ ਕਿੱਧਰ ਹੋਰ ਘੁੰਮਦਾ ਰਵੇ, ਮੈਂ ਇਹ ਕਰ ਲਾਂ, ਉਹ ਕਰ ਲਾਂ, ਉਹ ਕਰ ਲਾਂ। ਉਹ ਮਹਿਮਾਨ ਕੇ ਮੈਂ ਤਾਂ ਚੱਲਣਾ ਭਾਈ ਇੱਥੋਂ, ਇਹ ਤਾਂ ਮੇਰੇ ਕੋਲ ਬਹਿੰਦਾ ਹੀ ਨਹੀਂ ਮੇਰੇ ਕੋਲ। ਇਹੀ ਰੱਬ ਹੈ ਬਸ। ਰੱਬ ਸਾਡੇ ਅੰਦਰ ਬੈਠਾ, ਅਸੀਂ ਬਾਹਰ ਹੀ ਘੁੰਮੀ ਜਾਂਦੇ ਹਾਂ। ਭੋਗਾਂ 'ਚ ਹੀ ਗਲਤਾਨ, ਕਦੀ ਖਾ ਲਿਆ, ਪੀ ਲਿਆ, ਹੱਸ ਲਿਆ, ਖੇਡ ਲਿਆ, ਇਹ ਭੋਗਾਂ 'ਚ ਗਲਤਾਨ। ਰੱਬ ਸਾਡੇ ਅੰਦਰ ਹੈ ਪਰ ਉਦਾਸ ਹੈ। ਮਹਿਮਾਨ ਕਹੇਗਾ ਮੈਂ ਤਾਂ ਉਦਾਸ ਹੀ ਬੈਠਾ ਭਾਈ, ਇਹ ਤਾਂ ਮੇਰੇ ਕੋਲ ਬਹਿੰਦਾ ਹੀ ਨਹੀਂ। ਤੇ ਪ੍ਰਮਾਤਮਾ ਅੰਦਰ ਹੈ, ਭੋਗੀ ਅੰਦਰ ਵੀ ਹੈ ਪਰ ਉਹਦੇ ਤੇ ਉਦਾਸ ਹੈ। ਤੇ ਜੋਗੀ ਅੰਦਰ ਖੁਸ਼ ਕਿਉਂ ਹੈ? ਜੋਗੀ ਉਸ ਨਾਲ ਜੁੜਿਆ ਰਹਿੰਦਾ ਹੈ। ਵਾਹਿਗੁਰੂ ਵਾਹਿਗੁਰੂ। ਜੋਗੀ ਰੱਬ ਨਾਲ ਗੱਲਾਂ ਕਰਕੇ, ਰੱਬ ਨੂੰ ਯਾਦ ਕਰਕੇ ਉਹ ਜੁੜਿਆ ਰਹਿੰਦਾ, ਤਾਂ ਖੁਸ਼ ਰਹਿੰਦਾ, ਆਨੰਦ 'ਚ ਰਹਿੰਦਾ ਬਸ। ਜੇ ਰੱਬ ਖੁਸ਼ ਤਾਂ ਬੰਦਾ ਖੁਸ਼, ਜੇ ਰੱਬ ਅੰਦਰ ਉਦਾਸ ਹੈ ਤਾਂ ਬੰਦਾ ਉਹ ਦੁਖੀ ਰਹੇਗਾ ਹੀ ਰਹੇਗਾ ਭਾਈ। ਬਸ ਸੌਖੀ ਜੀ ਗੱਲ ਸਮਝ ਲੈਣਾ। ਸਾਨੂੰ ਦੁੱਖ ਤਾਂ ਹੀ ਮਿਲਦਾ ਹੈ ਸਾਡੇ ਅੰਦਰ ਪ੍ਰਮਾਤਮਾ ਹੈ, ਅਸੀਂ ਰੱਬ ਤੋਂ ਉਦਾਸ ਹੋ ਗਏ ਆ ਭਾਈ। ਤਾਂ ਪਾਤਸ਼ਾਹ ਕਹਿੰਦੇ ਰੱਬ ਜੀ ਸਾਰੇ ਪਾਸੇ ਤੁਸੀਂ ਹੋ, ਤੁਹਾਡੇ ਤੋਂ ਬਾਹਰ ਕੋਈ ਵੀ ਨਹੀਂ ਹੈ। ਤਾਂ ਕਹਿੰਦੇ ਹਰ ਸਭ ਮਹਿ ਵਰਵਿਆ ਏਕੋ ਸੋਈ, ਗੁਰਮੁਖ ਲਖਿਆ ਹਰ ਨਾਮ ਜੀਓ। ਗੁਰੂ ਕੇ ਪਿਆਰੇ ਗੁਰਮੁਖ ਨੇ ਨਾਮ ਦੁਆਰਾ ਉਸ ਨੂੰ ਜਾਣ ਲਿਆ। ਤੂੰ ਸਤ ਪਰਮੇਸ਼ਰ ਸਦਾ ਵਿਨਾਸੀ, ਹਰ ਹਰ ਗੁਣੀ ਨਿਧਾਨ ਜੀਓ। ਤੁਸੀਂ ਸਤ ਪਰਮੇਸ਼ਰ ਹੋ, ਪਰਮ ਈਸ਼ਰ ਹੋ ਮਹਾਰਾਜ, ਸਭਨਾਂ 'ਚ ਰਵੇ ਹੋਏ ਹੋ, ਹਰ ਹਰ ਗੁਣੀ ਨਿਧਾਨ, ਹਰੀ ਸਭ ਨੂੰ ਹਰਿਆ ਭਰਿਆ ਕਰਨ ਵਾਲੇ, ਗੁਣਾ ਦੇ ਖਜ਼ਾਨੇ ਹੋ। ਸਭ ਤੂੰ ਹੈ ਕਰਤਾ, ਸਭ ਤੇਰੀ ਵਡਿਆਈ, ਜਿਉ ਭਾਵੈ ਤਿਵੈ ਚਲਾਏ ਜੀਓ। ਹੁਣ ਰੱਬ ਜੀ ਤੇਰੇ ਭਾਂਡੇ 'ਚ ਆ ਗਏ, ਬਸ ਸਭ ਤੂੰ ਹੈ ਕਰਤਾ, ਸਭ ਦੇ ਤੁਸੀਂ ਕਰਤੇ ਹੋ, ਸਭ ਤੇਰੀ ਵਡਿਆਈ। ਜਿਹਨੂੰ ਵਡਿਆਈ ਮਿਲਦੀ ਪਾਸ਼ਾ ਤੇਰੀ ਵਡਿਆਈ, ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੈ, ਮੇਰਾ ਤੇਰੀ ਵਡਿਆਈ ਹੈ ਮਹਾਰਾਜ। ਜਿਵੇਂ ਤੁਹਾਨੂੰ ਚੰਗਾ ਲੱਗਦਾ, ਜਿਉਂ ਭਾਵੈ ਤਿਵੈ ਚਲਾਏ ਜੀਓ। ਜਿਵੇਂ ਤੁਹਾਨੂੰ ਚੰਗਾ ਲੱਗਦਾ ਮਹਾਰਾਜ, ਸਾਨੂੰ ਉਵੇਂ ਚਲਾਓ ਜੀ। ਤੁਦੇ ਆਪੇ ਭਾਵੈ ਤਿਵੈ ਚਲਾਵੈ, ਸਭ ਤੇਰਾ ਸ਼ਬਦ ਸਮਾਏ ਜੀਓ। ਜਿਵੇਂ ਤੁਹਾਨੂੰ ਚੰਗਾ ਲੱਗਦਾ ਪਾਸ਼ਾ ਸਾਨੂੰ ਉਵੇਂ ਚਲਾਓ, ਪਰ ਅੰਤ ਨੂੰ ਸਾਰੇ ਬੰਦੇ ਤੇਰੇ ਹੁਕਮ ਅੰਦਰ ਸਮਾ ਜਾਣਗੇ। ਸਭ ਤੇਰਾ ਸ਼ਬਦ ਸਮਾਏ ਜੀਓ। ਸਮਾਣਗੇ ਕਿਵੇਂ? ਸ਼ਬਦ ਰਾਹੀਂ। ਸ਼ਬਦ ਕਹਿੰਦੇ ਹੁਕਮ। ਕੋਈ ਸ਼ਬਦ ਵੀ ਵਾਹਿਗੁਰੂ ਹੈ,
ਇਹ ਹੁਕਮ ਹੀ ਹੈ, ਹੋਰ ਕੀ ਹੈ। ਰੱਬ ਨੇ ਆਖਿਆ, ਰਾਮ ਅੱਲਾ ਵਾਹਿਗੁਰੂ ਜੋ ਆਖਿਆ, ਹੁਕਮੀ ਦੀ ਆਵਾਜ਼ ਆਈ, ਹੁਕਮ ਬਣ ਗਿਆ। ਰੱਬ ਦੀ ਬਾਣੀ ਆਈ, ਉਹਦਾ ਹੁਕਮ ਬਣ ਗਿਆ। ਰੱਬ ਨੇ ਆਖਿਆ ਦੁਨੀਆ ਬਣ ਜਾ, ਬਣ ਗਈ, ਹੁਕਮ ਆ ਗਿਆ ਨਾ। ਉਹਦਾ ਸ਼ਬਦ ਹੁਕਮ ਹੈ ਭਾਈ। ਜਿਹਨੇ ਸ਼ਬਦ ਰਾਹੀਂ ਵਾਹਿਗੁਰੂ ਜਪ ਕੇ ਨੂੰ ਹੁਕਮ ਨੂੰ ਸਮਝ ਲਿਆ, ਉਹ ਹੁਕਮ ਅੰਦਰ ਸਮਾ ਜਾਵੇਗਾ। ਕਬੀਰ ਸਾਹਿਬ ਦੀ ਦੋ ਪੰਕਤੀਆਂ, ਬਹੁੜ ਹਮ ਕਾਹੇ ਆਵਹਿੰਗੇ, ਆਵਨ ਜਾਨਾ ਹੁਕਮ ਤਿਸੈ ਕਾ, ਹੁਕਮੈ ਬੂਝ ਸਮਾਵਾਂਗੇ, ਮੁੜ ਕੇ ਅਸੀਂ ਕਿਉਂ ਆਵਾਂਗੇ। ਕਬੀਰ ਸਾਹਿਬ ਕਹਿੰਦੇ ਬਹੁੜ ਹਮ ਕਾਹੇ ਆਵਾਂਗੇ, ਮੁੜ ਕੇ ਅਸੀਂ ਕਿਉਂ ਆਵਾਂਗੇ ਜੀ, ਨਹੀਂ ਆਣਾ। ਆਵਨ ਜਾਣਾ ਹੁਕਮ ਤਿਸੈ ਕਾ, ਆਣਾ ਜਾਣਾ ਉਹਦਾ ਹੁਕਮ ਹੈ, ਜੰਮਣਾ ਮਰਨਾ। ਹੁਕਮ ਹੈ ਬੂਝ, ਹੁਕਮ ਨੂੰ ਸਮਝ ਕੇ ਹੁਕਮ ਅੰਦਰ ਸਮਾ ਗਏ, ਨਾ ਆਉਣਾ ਨਾ ਜਾਣਾ ਨਾ ਜੰਮਣਾ ਮਰਨਾ, ਖਤਮ ਬਸ। ਪਾਤਸ਼ਾਹ ਕਹਿੰਦੇ ਰੱਬ ਜੀ ਜਿਵੇਂ ਤੁਹਾਨੂੰ ਚੰਗਾ ਲੱਗਦਾ ਪਾਤਸ਼ਾਹ ਉਵੇਂ ਚਲਾਈ ਜਾਓ, ਤੁਧ ਆਪੇ ਭਾਵੈ ਤਿਵੈ ਚਲਾਵੈ, ਸਭ ਤੇਰਾ ਸ਼ਬਦ ਸਮਾਏ, ਜੋ ਅੰਤ ਨੂੰ ਸਾਰੇ ਤੇਰੇ ਸ਼ਬਦ ਵਿੱਚ ਸਮਾ ਜਾਣਗੇ। ਸ਼ਬਦ ਸ਼ਬਦ ਸੁਮਾਵੈ ਜਾਂ ਤੁਧ ਭਾਵੈ, ਤੇਰਾ ਸ਼ਬਦ ਵਡਿਆਈ। ਤਾਂ ਸਮਾਣਗੇ ਜੇ ਤੁਹਾਨੂੰ ਚੰਗਾ ਲੱਗੇਗਾ ਮਹਾਰਾਜ। ਸਭ ਸ਼ਬਦ ਸਮਾਵੈ, ਤੇਰੇ ਹੁਕਮ ਅੰਦਰ ਸਮਾ ਜਾਣਗੇ ਤਦੋਂ ਜਦੋਂ ਤੁਹਾਨੂੰ ਚੰਗਾ ਲੱਗੇਗਾ। ਤੇਰਾ ਸ਼ਬਦ ਵਡਿਆਈ, ਵਡਿਆਈ ਸਾਰੀ ਸ਼ਬਦ ਦੀ ਹੈ। ਤੁਸੀਂ ਸ਼ਬਦ ਰਾਹੀਂ ਹੁਕਮ ਨੂੰ ਸਮਝਾਓਗੇ ਤੇ ਉਹ ਪਿਆਰਾ ਤੁਹਾਡੇ ਵਿੱਚ ਹੀ ਸਮਾ ਜਾਵੇਗਾ। ਗੁਰਮੁਖ ਬੁੱਧ ਪਾਈਐ ਆਪ ਗਵਾਈਐ, ਸਭ ਦੇ ਰਹਿਆ ਸਮਾਈ। ਉਹ ਮਨਾ ਕਿਵੇਂ ਸਮਾਵੇਗਾ, ਤੇਰੇ ਅੰਦਰ ਤਾਂ ਹਉਮੈ ਹੈ ਭਾਈ। ਮੈਂ ਮੇਰੀ ਇਤਨੀ ਭਰੀ ਹੈ, ਰਗ ਰਗ ਵਿੱਚ ਭਰੀ ਹੋਈ ਹੈ, ਬੜੀ ਬਰੀਕ ਹੈ। ਅੱਖੋ ਸਤਨਾਮ। ਸ਼ਾਇਦ ਕਰੋਨਾ ਚ ਕੋਈ ਇੱਕ ਬੰਦਾ ਹੋਵੇਗਾ ਜਿਹਦੀ ਰਗ ਰਗ ਚੋਂ ਹਉਮੈ ਮਿਟ ਗਈ ਹੋਵੇ, ਸ਼ਾਇਦ ਕਰੋੜਾਂ ਵਿੱਚੋਂ। ਕੋਟਨ ਮੈਂ ਨਾਨਕ ਕਹੂੰ ਨਾਰਾਇਣ ਜੇ ਚੀਤ ਲਾ ਲੋ, ਕਰੋੜਾਂ ਵਿੱਚੋਂ ਕੋਈ ਜਿਹਨੂੰ ਰੱਬ ਚੇਤੇ ਹੈ ਉਹਦੀ ਹਉਮੈ ਹੈ ਹੀ ਨਹੀਂ। ਬਸ ਰਗ ਰਗ ਜਿਵੇਂ ਕਹਿੰਦੇ ਖੂਨ ਵਿੱਚ ਸ਼ੂਗਰ ਹੁੰਦੀ ਨਾ, ਇਸ ਤਰ੍ਹਾਂ ਹਰ ਬੰਦੇ ਦੇ ਰਗ ਰਗ ਵਿੱਚ ਹਉਮੈ ਭਰੀ ਹੋਈ ਹੈ। ਕਿਸੇ ਥੋੜੀ ਹੈ, ਕਿਸੇ ਜ਼ਿਆਦਾ ਹੈ, ਬਸ ਹੈ ਸਾਰਿਆਂ ਵਿੱਚ ਹੀ। ਜਦੋਂ ਸ਼ਬਦ ਰਾਹੀਂ ਹਉਮੈ ਮਿਟ ਗਈ, ਉਦੋਂ ਰੱਬ ਅੰਦਰ ਸਮਾ ਗਿਆ। ਗੁਰਮੁਖ ਬੁੱਧ ਪਾਈ ਹੈ, ਆਪਣੀ ਬੁੱਧ ਨਹੀਂ, ਗੁਰੂ ਸਾਹਿਬ ਤੋਂ ਸਿੱਖਿਆ ਲੈ ਕੇ ਗੁਰੂ ਦੀ ਬੁੱਧੀ ਪ੍ਰਾਪਤ ਕਰਨੀ ਹੈ। ਫਿਰ ਆਪ ਗਵਾਈ ਹੈ ਆਪਣੀ ਮੈਂ ਮੇਰੀ, ਵਾਹਿਗੁਰੂ ਵਾਹਿਗੁਰੂ। ਇਹ ਜਪੋਗੇ, ਤੂੰ ਜਪੋਗੇ, ਮੈਂ ਆਪੇ ਬਾਹਰ ਆ ਜਾਏਗੀ, ਧੱਕਾ ਮਾਰ ਕੇ ਬਾਹਰ ਆ ਜਾਏਗੀ ਨਾ। ਭਾਈ ਇੱਕ ਭਾਂਡੇ ਵਿੱਚ ਪਹਿਲਾਂ ਹੀ ਪਾਣੀ ਹੈ, ਦੁੱਧ ਪਾਣਾ, ਕਿਵੇਂ ਪਾਓਗੇ? ਆਸਾ ਦੀ ਵਾਰ। ਵਸਤੂ ਅੰਦਰ ਵਸ ਸਮਾਵੈ, ਜੇ ਦੂਜੀ ਹੋਵੇ ਪਾਸ, ਪਾਸ ਕਹਿੰਦੇ ਪਾਸੇ ਕਰ ਦੋ, ਦੂਜੀ ਵਸਤੂ ਪਰੇ ਕਰ ਦੋ, ਉਹਦੇ ਚ ਵਸਤੂ ਸਮਾ ਜਾਏਗੀ। ਉਹ ਭਾਈ ਜੇ ਅੰਦਰ ਹਉਮੈ ਭਰੀ ਹੈ ਤੇ ਜਪੀਏ ਵਾਹਿਗੁਰੂ, ਵਾਹਿਗੁਰੂ ਜਪਿਆ ਹਉਮੈ ਆਪੇ ਬਾਹਰ ਆ ਜਾਏਗੀ। ਸ਼ਬਦ ਰਾਹੀਂ ਹਉਮੈ ਬਾਹਰ ਆਵੇਗੀ, ਸਭ ਦੇ ਰਿਹਾ ਸਮਾਈ, ਤੇ ਵਾਹਿਗੁਰੂ ਸ਼ਬਦ ਰਾਹੀਂ ਸਾਰਾ ਵਿੱਚ ਸਮਾਇਆ ਹੋਇਆ ਹੈ। ਤੇਰਾ ਸ਼ਬਦ ਅਗੋਚਰ ਗੁਰਮੁਖ ਪਾਈਐ, ਨਾਨਕ ਨਾਮ ਸਮਾਏ ਜੀਓ। ਐ ਰੱਬ ਜੀ ਤੇਰਾ ਸ਼ਬਦ ਵੀ ਅਗੋਚਰ ਹੈ, ਮਿਲੇਗਾ ਗੁਰੂ ਦੇ ਮੁਖ ਰਾਹੀਂ, ਐਵੇਂ ਨਹੀਂ ਮਿਲਦਾ। ਗੁਰੂ ਪਾਤਸ਼ਾਹ ਦੀ ਸ਼ਰਨ ਆਈਏ, ਗੁਰਮੁਖ ਬਣੀਏ, ਫਿਰ ਪਾਤਸ਼ਾਹ ਕਹਿੰਦੇ ਨਾਨਕ ਨਾਮ ਸਮਾਏ ਜੀਓ, ਅਖੀਰ ਵਿੱਚ ਨਾਮ ਵਿੱਚ ਹੀ ਸਮਾ ਜਾਵਾਂਗੇ। ਸਭ ਤੂੰ ਹੈ ਕਰਤਾ, ਸਭ ਤੇਰੀ ਵਡਿਆਈ,
ਜਿਉ ਭਾਵੈ ਤਿਵੈ ਚਲਾਏ ਜੀਓ। ਰੱਬ ਜੀ ਤੁਸੀਂ ਸਭ ਦੇ ਕਰਤਾ ਤੁਸੀਂ ਹੋ, ਸਭ ਤੇਰੀ ਵਡਿਆਈ ਪਾਸ਼ਾ, ਤੁਸੀਂ ਜਿਹਨੂੰ ਵਡਿਆਈ ਦੇ ਰਹੇ ਹੋ ਉਹ ਤੁਹਾਡੇ ਹੁਕਮ ਅਨੁਸਾਰ ਹੈ। ਸਾਰਿਆਂ ਵਿੱਚ ਤੁਸੀਂ ਆਪ ਬੈਠੇ ਹੋ, ਸਭ ਨੂੰ ਤੁਸੀਂ ਚਲਾ ਰਹੇ ਹੋ ਮੇਰੇ ਪ੍ਰਮਾਤਮਾ, ਤੁਹਾਡੇ ਤੋਂ ਬਾਹਰ ਕੁਝ ਵੀ ਨਹੀਂ ਹੈ। ਇੱਥੇ ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਸਾਰੇ ਪਾਸੇ ਇੱਕੋ ਹੀ ਹੈ, ਬਸ ਤੂੰ ਹੀ ਵਾਹਿਗੁਰੂ ਵਾਹਿਗੁਰੂ, ਉਹ ਆਪ ਹੀ ਹੈ ਭਾਈ। ਬਸ ਜਿਹਨੂੰ ਸਮਝ ਆ ਗਈ ਜਲਸ ਤੂੰ ਹੀ, ਥਲਸ ਤੂੰ ਹੀ, ਨਦਿਸ ਤੂੰ ਹੀ, ਨਦਸ ਤੂੰ ਹੀ, ਬ੍ਰਿਛਸ ਤੂੰ ਹੀ, ਪਤਸ ਤੂੰ ਹੀ, ਸਾਰੇ ਪਾਸੇ ਉਹ ਸਮਝ ਆ ਗਈ ਨਾ, ਉਦੋਂ ਉਹ ਕਰੇਗਾ ਵੀ ਫਿਰ ਤੂੰ ਹੀ ਕਰੇਗਾ, ਉਹਦੀ ਮੈਂ ਰੱਬ ਆਪੇ ਮੁਕਾ ਦੇਵੇਗਾ। ਇਹ ਗੁਰੂ ਪਾਤਸ਼ਾਹ ਕਿਰਪਾ ਕਰਨ, ਸਾਨੂੰ ਸਭਨਾਂ ਨੂੰ ਮਹਾਰਾਜ ਚੜ੍ਹਦੀ ਕਲਾ ਪ੍ਰਦਾਨ ਕਰਨ ਦੀ ਬੇਨਤੀ ਹੈ ਕਿ ਗੁਰਦੁਆਰਾ ਖੇਲ ਸਾਹਿਬ ਜੋ ਪਿਛਲੇ 5.5-6 ਸਾਲਾਂ ਤੋਂ ਸ੍ਰੀ ਗੁਰਪ੍ਰਤਾਪ ਸੂਰਜਗੰਜ ਦੀ ਕਥਾ ਚੱਲ ਰਹੀ ਹੈ ਤੇ ਅੱਜ ਉਸ ਕਥਾ ਦਾ ਕਹਿ ਲਓ ਸਮਾਪਤੀ ਸਮਾਗਮ ਹੈ। ਅੱਜ ਉਹ ਕਥਾ ਦਾ ਕਹਿ ਲਓ ਭੋਗ ਪੈਣਾ ਹੈ। ਲਗਭਗ 6 ਸਾਲਾਂ ਬਾਅਦ ਕਥਾ ਆਪਣੇ ਅਖੀਲੇ ਪੜਾਵਾਂ ਦੇ ਵੱਲ ਆਈ ਹੈ ਤੇ ਸ਼ਾਮ 4 ਤੋਂ 5 ਕੀਰਤਨ ਹੋਵੇਗਾ ਤੰਤੀ ਸਾਜਾ ਦੁਆਰਾ। ਉਸ ਤੋਂ ਬਾਅਦ 5 ਤੋਂ ਲਗਭਗ 6:15 ਤੱਕ ਕਥਾ ਹੋਵੇਗੀ। ਫਿਰ ਅਰਦਾਸ ਬੇਨਤੀ ਮੁੱਖ ਵਾਕ ਤੇ ਅਗਲੀ ਕਥਾ ਆਰੰਭ ਹੋਵੇਗੀ ਪੰਥ ਪ੍ਰਕਾਸ਼ ਦੀ। ਇਸ ਕਰਕੇ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਆਪ ਸੰਗਤਾਂ ਨੇ ਸ਼ਾਮ ਨੂੰ ਦਰਸ਼ਨ ਦੇਣੇ 5 ਤੋਂ 6:30 ਵਜੇ ਤੱਕ ਗੁਰਦੁਆਰਾ ਖੇਲ ਸਾਹਿਬ 22 ਨੰਬਰ ਫਾਟਕ ਜੋ ਪੁਲ ਦੇ ਥੱਲੇ ਹੈ। ਖਾਲਸਾ ਜੀ ਗੋਪਾਲ ਸਵੀਟ ਵੱਲੋਂ ਜਾਓ ਤੇ ਇਧਰ ਪੁਲ ਨਹੀਂ ਚੜਨਾ, ਪੁਲ ਦੇ ਥੱਲੇ ਹੀ ਪਾਵਨ ਸਥਾਨ ਹੈ, ਉੱਥੇ ਖਾਲਸਾ ਜੀ ਆਪ ਸੰਗਤਾਂ ਨੇ ਦਰਸ਼ਨ ਦੇਣੇ। ਕਿਉਂਕਿ ਮਹਾਨ ਯੱਗ ਹੁੰਦਾ ਹੈ, ਕੁੰਭ ਦਾ ਮੇਲਾ ਹੁੰਦਾ 12 ਸਾਲ ਬਾਅਦ। ਉਹ ਮੇਲਾ ਹੈ ਘੁੰਮਣ ਲਈ, ਇਹ ਮੇਲਾ ਹੈ ਰੂਹਾਨੀ ਰਸ ਲਈ। ਖਾਲਸਾ ਜੀ ਰੂਹਾਨੀ ਰਸ ਦਾ ਮੇਲਾ ਹੈ, ਆਤਮ ਰਸ ਨੂੰ ਪ੍ਰਾਪਤ ਕਰੀਏ। ਤੇ ਮਹਾਂਪੁਰਖ ਦੱਸਦੇ ਭਾਈ ਜਿਹੜੀ ਸਾਰੀ ਕਥਾ ਨਾ ਸੁਣ ਸਕੇ ਨਾ, ਅਖੀਲੀ ਭੋਗ ਵਾਲੀ ਕਥਾ 'ਚ ਹਾਜ਼ਰੀ ਭਰਾ ਲਓ, ਅਰਦਾਸ ਬੇਨਤੀ 'ਚ ਆ ਕੇ ਬੈਠ ਜਾਓ ਤੇ ਆਪੇ ਪਾਤਸ਼ਾਹ ਕਹਿੰਦੇ ਸਾਰੀ ਹਾਜ਼ਰੀ ਲੱਗ ਜਾਂਦੀ ਹੈ। ਮਹਾਰਾਜ ਕੁਝ ਤਾਂ ਬਖਸ਼ਾਂ ਮਿਲਦੀਆਂ ਤੇ ਪਾਤਸ਼ਾਹ ਸਾਡੀ ਸਭ ਦੀਆਂ ਝੋਲੀਆਂ ਭਰਨ। ਆਪ ਸੰਗਤਾਂ ਨੇ ਦਰਸ਼ਨ ਦੇਣੇ। ਅੱਜ ਦਾ ਸਮਾਗਮ ਹੈ 12 ਤਰੀਕ ਅੱਜ ਐਤਵਾਰ ਹੈ। ਅੱਜ ਸ਼ਾਮ 5 ਤੋਂ ਲੈ ਕੇ 6:30 ਕਥਾ ਦਾ ਸਮਾਪਨ ਸਮਾਗਮ ਹੈ। ਆਪ ਸੰਗਤਾਂ ਨੇ ਦਰਸ਼ਨ ਦੇਣੇ ਜੀ। ਇਤਨੀਆਂ ਹੀ ਬੇਨਤੀਆਂ ਪ੍ਰਵਾਨ ਕਰਨੀਆਂ। ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।